ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ, ਸਾਡੀਆਂ ਨਿਊਜ਼ ਨੂੰ ਬੜਾ ਭਰਮਾ ਹੁੰਗਾਰਾ ਦੇ ਰਹੇ ਹੋ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਿਛਲੇ ਕੁਝ ਘੰਟਿਆਂ ਦੌਰਾਨ ਜੋ ਵੀ ਗਰਾਊਂਡ ਜ਼ੀਰੋ ਦੀ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਹੋਇਆ ਉੱਥੇ ਵਾਪਰਿਆ, ਉਹ ਅਸੀਂ ਸਾਰਾ ਬਿਆਨ ਕਰਾਂਗੇ। ਪਿਛਲੇ ਕੁਝ ਸਮੇਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਇੱਕ 7 ਮੈਂਬਰੀ ਕਮੇਟੀ ਬਣਾਈ ਆ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿ ਇਹ ਜਿਹੜੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਸੀ ਦਿੱਲੀ ਗੌਰਮੈਂਟ ਨੂੰ ਮਿਲ ਕੇ ਆਏ ਆ, ਦਿੱਲੀ ਸਰਕਾਰ ਨੂੰ ਮਿਲ ਕੇ ਆਏ ਆ, ਅਰਵਿੰਦ ਕੇਜਰੀਵਾਲ ਨੂੰ ਤੇ ਉਹਨਾਂ ਦੀ ਟੀਮ ਨੂੰ ਮਿਲ ਕੇ ਆਏ ਆ। ਉਹਨਾਂ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ। ਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਫਿਰ ਹਮੇਸ਼ਾ ਦੀ ਤਰ੍ਹਾਂ ਸਰਦਾਰ MP ਸਿੰਘ ਜੀ। ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਲਈ ਟਾਈਮ ਕੱਢ ਦਿੱਤਾ। ਮਿਹਰਬਾਨੀ ਭਿੰਡਰ ਸਾਹਿਬ, ਸ਼ੁਕਰੀਆ। ਪਿਛਲੇ ਕੁਝ ਘੰਟਿਆਂ ਦੌਰਾਨ ਕਾਫੀ ਉਥਲ ਪੁਥਲ ਹੋਇਆ, ਕਾਫੀ ਨਵੀਆਂ ਰਿਪੋਰਟਾਂ ਸਾਡੇ ਕੋਲੇ ਪਹੁੰਚੀਆਂ ਨੇ। ਸਭ ਤੋਂ ਪਹਿਲਾਂ ਤਾਂ ਨਵੇਂ ਹਾਲਾਤ ਆ ਜਿਹੜੇ ਉੱਥੋਂ ਦੇ, ਉਹ ਬਿਆਨ ਕਰੋ ਜੀ। ਭਿੰਡਰ ਸਾਹਿਬ, ਨਵੇਂ ਹਾਲਾਤ ਚਿੰਤਾ ਵਾਲੇ ਵੀ ਹੈ ਜੀ ਔਰ ਖਤਰਨਾਕ ਵੀ ਹੈ। ਚਿੰਤਾ ਇਸ ਗੱਲ ਦੀ ਵੀ ਹੈ ਕਿ ਸਰਕਾਰ ਦੇ ਕੰਨਾਂ ਤੇ ਜੂੰ ਕਿਉਂ ਨਹੀਂ ਸਰਕ ਰਹੀ ਜੀ। ਪ੍ਰਧਾਨ ਮੰਤਰੀ ਆਲ ਪਾਰਟੀ ਮੀਟਿੰਗ ਵਿੱਚ ਬਜਟ ਤੋਂ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਫੋਨ ਕਾਲ ਦੂਰ ਹੈ, ਹਾਂਜੀ ਹਾਂਜੀ, ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ। ਬਿਲਕੁਲ। ਮੈਂ ਸ਼ਾਇਦ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਵਿੱਚ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਸੁਹਿਰਦਤਾ ਵਿਖਾਵੇ, ਹਾਂਜੀ, ਉਹ ਆਪ ਫੋਨ ਕਰੇ ਜਾਂ ਉਹਦੇ ਨਾਲ 20 ਸੈਕਟਰੀ ਹੈਗੇ ਆ, ਕੋਈ ਸਿਆਸੀ ਸਲਾਹਕਾਰ ਆ, ਕੋਈ PM ਆਫਿਸ ਵਿੱਚ ਹੋਰ ਬੜੇ ਲੋਕ ਹੁੰਦੇ ਆ, ਕਿਸੇ ਨੂੰ ਵੀ ਕਹਿ ਸਕਦਾ ਭਾਈ ਫਲਾਣੇ ਬੰਦੇ ਦਾ ਫੋਨ ਨੰਬਰ ਮਿਲਾ। ਬਿਲਕੁਲ। ਹੁਣ ਪ੍ਰਧਾਨ ਮੰਤਰੀ ਨੇ ਇਹ ਤਾਂ ਕਹਿ ਦਿੱਤਾ ਕਿ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਓ, ਪਰ ਆਪਦਾ ਫੋਨ ਨੰਬਰ ਦੱਸਿਆ ਨਹੀਂ। ਜਿਹਨੂੰ ਦੱਸਿਆ ਹੁੰਦਾ ਤਾਂ ਮੈਂ ਕਰ ਦੇਣਾ ਸੀ। ਹਾਂ, ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਆ, ਉਹਨਾਂ ਸਾਰਿਆਂ ਦੇ ਨੰਬਰ ਜਿਹੜੇ ਆ ਉਹ ਪਬਲਿਕਲੀ ਨਸ਼ਰ ਹੋ ਚੁੱਕੇ ਆ, ਸਾਰਿਆਂ ਨੂੰ ਪਤਾ ਜੀ। ਬਿਲਕੁਲ, ਉਹ ਕਰਦੇ ਆ। ਠੀਕ ਹੈ ਜੀ। ਔਰ ਜੇ ਪ੍ਰਧਾਨ ਮੰਤਰੀ ਦੇ ਕੋਲ ਉਹਨਾਂ ਦਾ ਕਿਸੇ ਦਾ ਨੰਬਰ ਨਹੀਂ ਹੈਗਾ ਤਾਂ ਅਮਿਤ ਸ਼ਾਹ ਕੋਲ ਲੈ ਸਕਦਾ, ਉਹ ਨਰਿੰਦਰ ਤੋਮਰ ਕੋਲ ਲੈ ਸਕਦਾ, ਜਿਹਨਾਂ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਹੈ। ਜੇ ਪ੍ਰਧਾਨ ਮੰਤਰੀ ਨੂੰ ਨਹੀਂ ਹੋਈ ਤਾਂ ਪਰ ਪ੍ਰਧਾਨ ਮੰਤਰੀ ਆਪਦਾ ਨੰਬਰ ਦੱਸ ਦੇਵੇ ਜੀ। ਬਿਲਕੁਲ। ਮੈਨੂੰ ਲੱਗਦਾ ਨਹੀਂ ਵੀ ਕਿਸਾਨ ਨਹੀਂ ਫੋਨ ਕਰਨਗੇ, ਕਰ ਲੈਣਗੇ ਜੀ। ਠੀਕ ਹੈ ਜੀ। ਇਹ ਗੱਲ ਜਿਹੜੀ ਆ ਉਹ ਚਿੰਤਾ ਵਾਲੀ ਹੈ, ਖਤਰਨਾਕ ਗੱਲ ਜਿਹੜੀ ਹੈ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਇਹ ਕਹਿੰਦਾ ਜੀ ਮੈਂ ਗੱਲਬਾਤ ਕਰਨ ਨੂੰ ਤਿਆਰ ਹਾਂ, ਸਰਕਾਰ ਵੱਲੋਂ ਜਿਹੜੀ ਅਸੀਂ ਪ੍ਰਪੋਜ਼ਲ ਦਿੱਤੀ ਅਸੀਂ ਉਹ ਹੁਣ ਵੀ ਸਟੈਂਡ ਕਰਦੇ ਹਾਂ, ਉਹਦੇ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੋਈ ਵੀ ਮਸਲਾ ਜਿਹੜਾ ਉਹ ਗੱਲਬਾਤ ਨਾਲ ਹੀ ਹੱਲ ਹੁੰਦਾ। ਇਹ ਇੱਕ ਸਿਆਸੀ ਗੱਲ ਹੈ। ਜਾਂ ਚਲੋ ਜੇ ਇਦਾਂ ਵੀ ਮੰਨ ਲਿਆ ਜਾਵੇ ਕਿ ਠੀਕ ਹੀ ਹੈ ਤੇ ਫਿਰ ਉਹਦੇ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ। ਪਰ ਕੋਸ਼ਿਸ਼ ਵਿੱਚ ਉਹ ਕੀਤਾ ਕੀ ਕਿਹਾ ਕਿ ਜਿੱਥੇ ਜਿੱਥੇ ਵੀ ਕਿਸਾਨ ਬੈਠੇ ਆ ਉਹਨਾਂ ਦੇ ਅੱਗੇ ਬੈਰੀਅਰ ਲਾਤੇ। ਬੈਰੀਅਰ ਇਹ ਨਹੀਂ ਕਿ ਉਹ ਪੁਲਿਸ ਦੇ ਫੱਟੇ ਜਿਹੜੇ ਹੁੰਦੇ ਮੂਹਰੇ ਲਾਤੇ, ਉਹ ਰੇਡ ਕੇਂਦਰ ਕਰ ਲਿਆ, ਕੰਕਰੀਟਡ ਪੱਕੇ ਹੀ ਲਾ ਦਿੱਤੇ ਗਏ। ਅੱਗੇ ਜਦੋਂ ਪੰਜਾਬ ਤੋਂ ਕਿਸਾਨ ਚੱਲੇ ਦਿੱਲੀ ਵੱਲ ਨੂੰ ਤੇ ਰਸਤੇ ਦੇ ਵਿੱਚ ਹਰਿਆਣਾ ਗੌਰਮੈਂਟ ਨੇ ਥਾਂ ਥਾਂ ਤੇ ਬੈਰੀਅਰ ਲਾਏ ਸੀ ਔਰ ਉਹ ਕੰਕਰੀਟ ਦੇ ਜਿਹੜੇ ਸੀਗੇ ਵੱਡੇ ਵੱਡੇ ਬਲੌਕ ਉਹ ਵੀ ਉੱਥੇ ਰੱਖੇ ਸੀ। ਕਈਆਂ ਥਾਵਾਂ ਤੋਂ ਸੜਕਾਂ ਪੱਟ ਦਿੱਤੀਆਂ ਸੀਗੀਆਂ, ਪਰ ਕਿਸਾਨ ਸਾਰੀਆਂ ਰੁਕਾਵਟਾਂ ਦੂਰ ਕਰਕੇ ਉੱਥੇ ਪਹੁੰਚ ਗਏ ਸੀ। ਹੁਣ ਇਹਨਾਂ ਨੇ ਕੀ ਕੀਤਾ ਹੈਗਾ ਜੀ ਕਿ ਬਹੁਤ ਇੱਕ ਲੇਅਰ ਨਹੀਂ ਸਗੋਂ 4-4 5-5 ਲੇਅਰਾਂ, ਕਈ ਜਗ੍ਹਾ ਤੇ 8-8 ਲੇਅਰਾਂ ਜਿਹੜੀਆਂ ਉਹ ਬੈਰੀਅਰਸ ਦੀਆਂ ਲਾਤੀਆਂ ਗਈਆਂ ਔਰ ਉੱਥੇ ਕੰਕਰੀਟ ਦੀਆਂ ਕੰਧਾਂ ਉਸਾਰ ਲਈਆਂ ਜੀ, ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਤੀਆਂ ਤੇ ਪੈਰਾਂ ਦੇ ਵਿੱਚ ਜਿਹੜੇ ਕੰਡੇ ਬੀਜਣ ਵਾਲੀ ਗੱਲ ਹੁੰਦੀ ਨਹੀਂ, ਪੈਰਾਂ ਕਿੱਲ ਕੱਢ ਦਿੱਤੇ, ਲੋਹੇ ਦੇ ਕਿੱਲ। ਤੁਸੀਂ ਪੈਦਲ ਵੀ ਦਿੱਲੀ ਵੱਲ ਨੂੰ ਨਹੀਂ ਜਾ ਸਕਦੇ। ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਕੋਈ ਦੂਜਾ ਦੇਸ਼ ਤਾਂ ਹੈ ਨਹੀਂ। ਬਿਲਕੁਲ ਜੀ, ਬਿਲਕੁਲ। ਇਹ ਤਾਂ ਜੇ ਤਾਂ ਆਪਾਂ ਗੁਆਂਢੀ ਦੇਸ਼ ਦੀ ਗੱਲ ਕਰੀਏ, ਇਹਨਾਂ ਦਾ ਜਦੋਂ ਆਪਣਾ ਤੁਸੀਂ ਵੇਖਿਆ ਹੋਣਾ ਪਿੱਛੇ ਇੱਕ ਪਾਇਲਟ ਚਲਾ ਗਿਆ ਸੀ ਤੇ ਪਾਇਲਟ ਵੀ ਪਾਕਿਸਤਾਨ ਨੇ ਮੋੜਤਾ ਸੀ। ਹਾਂਜੀ ਹਾਂਜੀ, ਬਈ ਆ ਲਓ ਜੀ ਤੁਹਾਡਾ ਪਾਕਿਸਤਾਨ, ਚਲੋ ਤੁਸੀਂ ਭੇਜਿਆ ਚਾਹੇ ਆਪੇ ਆ ਗਿਆ ਜਾਂ ਜਿਵੇਂ ਮਰਜ਼ੀ ਆ ਗਿਆ ਤੇ ਆ ਲੈ ਲਓ ਜੀ ਆਪਦਾ। ਤੇ ਇਹ ਤਾਂ ਕਿਸਾਨਾਂ ਨੂੰ ਤਾਂ ਉੱਥੇ ਉਹਨਾਂ ਨੂੰ ਫੜ ਅੰਦਰ ਕਰੀ ਜਾਂਦੇ ਆ ਤੇ ਇਹ ਤਾਂ ਆਪਣੇ ਦੇਸ਼ ਦੇ ਵਿੱਚ ਹੀ ਇੰਨਾ ਗਦਰ ਮਚਾਇਆ ਸਰਕਾਰਾਂ ਨੇ। ਬਹੁਤ ਮਾੜੀ ਗੱਲ ਆ। ਕੀ ਕਹਿੰਦੇ? ਇੱਕੋ ਗੱਲ 'ਚ ਦੋ ਗੱਲਾਂ ਤੁਸੀਂ ਕੀਤੀਆਂ। ਪਹਿਲੀ ਗੱਲ ਤਾਂ ਪਾਇਲਟ ਵਾਲੀ ਕੀਤੀ ਆ ਤੇ ਉਹਨਾਂ ਤੁਹਾਡਾ ਇਸ਼ਾਰਾ ਇਹ ਆ ਕਿ ਜਿਹੜੇ ਕਿਸਾਨ ਉੱਥੇ ਰਹਿ ਗਏ ਆ ਜੀ, ਬਿਲਕੁਲ, ਜਿਹੜੇ ਪ੍ਰਦਰਸ਼ਨ ਕਰਨ ਗਏ ਰਹਿ ਗਏ ਆ, ਉਹਨਾਂ ਨੂੰ ਉਹ ਜੇਲ੍ਹਾਂ ਵਿੱਚ ਉਹਨੂੰ ਸੁੱਟ ਰਹੇ ਆ, ਦੱਸਿਆ ਵੀ ਨਹੀਂ ਕਿੱਥੇ ਆ। ਉਹਨਾਂ ਤੇ ਤਸ਼ੱਦਦ ਵੀ ਕੀਤਾ ਜਾ ਰਿਹਾ, ਉਹਨਾਂ ਤੇ ਮੁਕੱਦਮੇ ਬਣਾਏ ਜਾ ਰਹੇ ਆ, ਉਹਨਾਂ ਬਾਰੇ
ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿੱਥੇ ਹੈਗਾ। ਦੂਜੀ ਤੁਸੀਂ ਗੱਲ ਇਸ਼ਾਰਾ ਕੀਤਾ ਹੈਗਾ ਕਿ ਦੂਜੇ ਦੇਸ਼ ਦੀ ਗੱਲ, ਉਹ ਦੂਜਾ ਦੇਸ਼ ਉਹੀ ਮੈਂ ਕਹਿੰਦਾ ਨਾ ਕਿ ਦਿੱਲੀ ਕੋਈ ਦੂਸਰਾ ਦੇਸ਼ ਬਣ ਗਿਆ ਪੰਜਾਬ ਵਾਸਤੇ ਜਾਂ ਹਰਿਆਣੇ ਵਾਸਤੇ, ਦੂਜਾ ਦੇਸ਼ ਤਾਂ ਹੈ ਨਹੀਂ। ਠੀਕ ਹੈ ਜੀ, ਉੱਥੇ ਉਸ ਦਿੱਲੀ ਸਾਰੇ ਦੇਸ਼ ਦੀ ਰਾਜਧਾਨੀ ਹੈ, ਉਹ ਸਾਰੇ ਦੀ ਰਾਜਧਾਨੀ, ਸਾਰਿਆਂ ਨੂੰ ਹੱਕ ਹੈ ਜਾਣ ਦਾ। ਤੁਸੀਂ ਇਹ ਤਾਂ ਕਹਿ ਸਕਦੇ ਹੋ, ਪੁਲਿਸ ਨੂੰ ਕਹਿ ਸਕਦੇ ਭਾਈ ਮੁਸਤੈਦੀ ਨਾਲ ਕੰਮ ਕਰੋ, ਕੋਈ ਵੀ ਕਿਸਾਨ ਇੱਧਰ ਨੂੰ ਆਉਣ ਦੀ ਕੋਸ਼ਿਸ਼ ਨਾ ਕਰੇ, ਪਰ ਤੁਸੀਂ ਇਦਾਂ ਇਸ ਤੇ ਕਿੱਲਾਂ ਗੱਡਦੇ ਹੋ, ਰਾਹ ਦੇ ਵਿੱਚ ਕੰਧਾਂ ਖੜੀਆਂ ਕਰਦੇ ਹੋ। ਠੀਕ ਹੈ ਜੀ, ਉੱਥੇ ਵੱਡੇ ਇੱਕ ਦੋਰੇ ਚੌਰੇ ਜਿਹੜੇ ਤੁਸੀਂ ਬੈਰੀਕੇਡ ਲਾ ਦਿਓ, ਇਸ ਤਰੀਕੇ ਦੇ ਨਾਲ ਤੁਸੀਂ ਸਟੀਲ ਕੰਕਰੀਟ ਦੇ ਰਸਤੇ ਜਿਹੜੇ ਬਣਾ ਕੇ ਜਿਹੜਾ ਉਹ ਬਲੌਕ ਕਰ ਦਿਓ, ਉਧਰ ਨੂੰ ਜਾਣ ਨਹੀਂ ਦੇਣਾ ਕਿਸੇ ਨੂੰ। ਇਹ ਅਣਮਨੁੱਖੀ ਕਾਰਾ, ਔਰ ਇਹਦੇ ਚੋਂ ਦੋ ਗੱਲਾਂ ਜਿਹੜੀਆਂ ਉਹ ਸਮਝ ਲੱਗਦੀਆਂ। ਇੱਕ ਗੱਲ ਤਾਂ ਸਮਝ ਇਹ ਲੱਗਦੀ ਆ ਕਿ ਹੋ ਸਕਦਾ ਜਿਹੜੀ ਸਰਕਾਰ ਹੈ ਉਹ ਡਰੀ ਹੋਵੇ ਕਿ ਜਿਵੇਂ ਇਹ ਪਹਿਲਾਂ ਕਿਸਾਨ ਆਏ ਸੀ, ਭਾਵੇਂ ਕਿਸਾਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਪੁਰਅਮਨ ਜਿਹੜਾ ਹੈਗਾ ਉਹ ਪਰੇਡ ਕਰਨੀ ਹੈ, ਪਰ ਕੁਝ ਲੋਕ ਜਿਹੜੇ ਸੀਗੇ ਉਹ ਉਸ ਮਿੱਥੇ ਹੋਏ ਰਸਤੇ ਤੋਂ ਲਾਂਭੇ ਹੋ ਕੇ ਇੱਕ ਅਜਿਹੇ ਰਸਤੇ 'ਤੇ ਚਲੇ ਗਏ ਜਿੱਥੇ ਪਹਿਲਾਂ ਜਾਣ ਤੇ ਪਾਬੰਦੀ ਸੀ, ਪਰ ਉਹ ਲੋਕ ਲਾਲ ਕਿਲੇ ਤੱਕ ਪਹੁੰਚ ਗਏ, ਆਪਣੇ ਆਪ ਨਹੀਂ ਪਹੁੰਚੇ, ਉਹਨਾਂ ਨੂੰ ਪਹੁੰਚਾਇਆ ਗਿਆ। ਤੇ ਸ਼ਾਇਦ ਸਰਕਾਰ ਸਮਝਦੀ ਹੋਵੇ ਕਿ ਹੁਣ ਵੀ ਕੋਈ ਇਦਾਂ ਦੀ ਗੱਲ ਹੋ ਸਕਦੀ ਹੈ। ਇੱਕ ਤਾਂ ਇਹ ਡਰ ਕਹਿ ਸਕਦੇ ਹਾਂ, ਦੂਜਾ ਬਖਲਾਹਟ ਕਹਿ ਸਕਦੇ ਹਾਂ ਕਿ ਅਸੀਂ ਤਾਂ ਤੁਹਾਨੂੰ ਹਿੱਲਣ ਨਹੀਂ ਦੇਣਾ। ਜੇ ਅੱਜ ਅਗਲੇ ਪਾਸੇ ਦਿੱਲੀ ਵਾਲੇ ਪਾਸੇ ਨੂੰ ਰਸਤੇ ਰੋਕਿਆ ਤਾਂ ਕੱਲ ਨੂੰ ਪਿਛਲੇ ਪਾਸੇ ਵੀ ਰਸਤੇ ਰੋਕ ਲੈਣਗੇ। ਇਸ ਤਰੀਕੇ ਦੀ ਹਾਲਤ ਵੀ ਬਣ ਸਕਦੀ ਹੈ। ਉਹਨਾਂ ਦਾ ਪਾਣੀ ਬਿਜਲੀ ਬੰਦ ਕੀਤਾ ਗਿਆ, ਉਹਨਾਂ ਦੇ ਇੰਟਰਨੈਟ ਜਿਹੜੀ ਬੰਦ ਕਰਤੀ ਗਈ, ਉਹ ਕਮਿਊਨੀਕੇਸ਼ਨ ਹੀ ਉਹਨਾਂ ਦਾ ਜਿਹੜਾ ਸੀਗਾ ਸਾਰਾ ਤੋੜ ਦਿੱਤਾ ਗਿਆ। ਇਹ ਇੱਕ ਲੱਕ ਤੋੜਨ ਵਾਲੀ ਗੱਲ ਹੁੰਦੀ ਹੈ ਅੰਦੋਲਨ ਦਾ, ਪਰ ਇਦਾਂ ਟੁੱਟਦਾ ਨਹੀਂ। ਇਹ ਸਰਕਾਰ ਨੂੰ ਸ਼ਾਇਦ ਉਹ ਡਰ ਵੀ ਆ, ਬਖਲਾਹਟ ਵੀ ਆ ਕਿ ਅਸੀਂ ਪਤਾ ਨਹੀਂ ਕੀ ਕਰ ਦੇਵਾਂਗੇ। ਇਹ ਤਾਜ਼ਾ ਹਾਲਾਤ ਹੈ, ਔਰ ਇਹ ਇਕੱਲੇ ਇੱਕ ਬਾਰਡਰ ਤੇ ਨਹੀਂ ਹੈ, ਸਿੰਘੂ ਬਾਰਡਰ ਤੇ ਵੀ ਹੈ, ਟਿਕਰੀ ਤੇ ਵੀ ਹੈ, ਗਾਜ਼ੀਪੁਰ ਵੀ ਹੈ, ਹੋਰਾਂ ਥਾਵਾਂ ਤੇ ਵੀ ਹੈ। ਉਸ ਤਰੀਕੇ ਦੀ ਜਿੱਦਾਂ ਦੀ ਵਿਉਂਤਬੰਦੀ ਕੀਤੀ ਗਈ ਆ, ਸ਼ਾਇਦ ਅਸੀਂ ਦੁਸ਼ਮਣ ਦੇਸ਼, ਜਿਹਨੂੰ ਦੁਸ਼ਮਣ ਕਹਿੰਦੇ, ਮੈਂ ਤਾਂ ਕਿਸੇ ਨੂੰ ਦੁਸ਼ਮਣ ਕਹਿੰਦਾ ਨਹੀਂ, ਪਰ ਜਿਹਨੂੰ ਤੁਸੀਂ ਦੁਸ਼ਮਣ ਦੇਸ਼ ਦਾ ਖਿਤਾਬ ਦਿੱਤਾ ਹੈ, ਤੁਸੀਂ ਉਹਦੇ ਲਈ ਵੀ ਏਡੀ ਪ੍ਰਬੰਧ ਨਹੀਂ ਕੀਤੇ। ਜੇ ਏਡੇ ਪ੍ਰਬੰਧ ਕੀਤੇ ਹੁੰਦੇ ਤੇ ਜਿਹੜੀਆਂ ਘਟਨਾਵਾਂ ਪਿਛਲੇ ਸਮੇਂ 'ਚ ਹੋਈਆਂ ਨਹੀਂ ਸੀ ਹੋਣੀਆਂ। ਜੇ ਆਪਾਂ ਇਸੇ ਗੱਲ ਨੂੰ ਲੈ ਕੇ ਚੱਲਦੇ ਹਾਂ ਤੇ ਚਾਈਨਾ ਦੀ ਗੱਲ ਕਰ ਲਈਏ, ਤੇ ਚਾਈਨਾ ਦਾ 20 ਕਿਲੋਮੀਟਰ ਅੰਦਰ ਆ ਜਾਂਦਾ, ਆਪਦੇ ਪਿੰਡ ਵਸਾ ਲੈਂਦਾ ਉੱਥੇ, ਉਹਨਾਂ ਵੱਲ ਧਿਆਨ ਹੀ ਨਹੀਂ ਉਹਨਾਂ ਦਾ। ਤੇ ਇਹ ਬੰਦੇ ਜਿਹੜੇ ਆਪਣੇ ਦੇਸ਼ ਦੇ ਹੀ ਆ, ਤੁਹਾਡਾ ਅੰਨਦਾਤਾ, ਤੁਹਾਨੂੰ ਰੋਟੀ ਪਾਣੀ ਖਾਣ ਦੇ ਲਈ ਉਹ ਤੁਹਾਨੂੰ ਅਨਾਜ ਦਿੰਦਾ, ਉਹਦੇ ਲਈ ਤੁਸੀਂ ਤਸ਼ੱਦਦ ਕਰ ਰਹੇ ਹੋ। ਇਹ ਇਸੇ ਕਰਕੇ ਜਿਹੜੀ ਸਾਰੀ ਦੁਨੀਆ ਦੇ ਵਿੱਚ ਭਾਰਤ ਸਰਕਾਰ ਦੀ ਥੂ ਹੁੰਦੀ ਪਈ ਹੈ, ਔਰ ਜਿਸ ਤਰੀਕੇ ਨਾਲ ਬਦਨਾਮੀ ਹੋ ਰਹੀ ਹੈ। ਤੁਸੀਂ ਦੇਖੋ, ਮੈਂ ਦੇਖ ਰਿਹਾ ਸੀਗਾ ਟਵਿੱਟਰ ਤੇ ਇੱਕ ਇੰਟਰਨੈਸ਼ਨਲ ਫੇਮ ਦੀ ਸਿੰਗਰ ਹੈ, ਉਹਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਫੋਟੋਆਂ ਪਾ ਕੇ ਕਿ ਕੀ ਹੋ ਰਿਹਾ ਹਿੰਦੁਸਤਾਨ ਵਿੱਚ। ਉੱਥੇ ਅਮਨ ਪਸੰਦ ਕਿਸਾਨ ਜਿਹੜੇ ਹੈਗੇ ਆ, ਉਹ ਆਪਦੇ ਹੱਕਾਂ ਦੀ ਖਾਤਰ ਬੈਠੇ ਆ, ਸ਼ਾਂਤ ਬੈਠੇ ਆ, ਤੇ ਤੁਸੀਂ ਉਹਨਾਂ ਤੇ ਕਿੱਦਾਂ ਦੀ ਅਣਮਨੁੱਖੀ ਕਾਰੇ ਕਰ ਰਹੇ ਆ। ਇਸ ਤਰੀਕੇ ਦੀ ਜਿਹੜੀ ਚਰਚਾ ਪੂਰੀ ਦੁਨੀਆ 'ਚ ਹੋ ਰਹੀ ਹੈ, ਇਹਦੇ ਨਾਲ ਸਿਰ ਜਿਹੜਾ ਉਹ ਪਤਾ ਨਹੀਂ ਮੋਦੀ ਦਾ ਝੁਕਿਆ ਕਿ ਨਹੀਂ ਝੁਕਿਆ। ਸਾਨੂੰ ਇੱਥੇ ਬੈਠਣ ਨੂੰ ਲੱਗੀ ਜਾਂਦਾ ਕਿ ਸਾਡੇ ਦੇਸ਼ ਦੀ ਆਨ ਸ਼ਾਨ ਜਿਹੜੀ ਆ ਉਹ ਮਿੱਟੀ 'ਚ ਮਿਲਾਈ ਜਾ ਰਹੀ। ਇਹਦੇ 'ਚ ਕੋਈ ਸ਼ੱਕ ਨਹੀਂ ਗਾ ਜੀ ਕਿ ਸੰਸਾਰ ਭਰ ਦੇ, ਚਾਹੇ ਉਹ ਸਾਹਿਤਕਾਰ ਆ, ਚਾਹੇ ਕਲਾਕਾਰ ਆ, ਚਾਹੇ ਕੋਈ ਸਿੰਗਰ ਲੈ ਲਓ, ਕਿਸੇ ਵੀ ਤਰ੍ਹਾਂ ਦਾ ਜਿਹੜਾ ਬੰਦਾ ਪੰਜਾਬੀ ਨੂੰ ਟੱਚ ਆ, ਇਨ ਟੱਚ ਆ ਥੋੜਾ ਜਿਹਾ, ਉਹ ਹਰੇਕ ਬੰਦੇ ਦੀ ਨਜ਼ਰ ਆ ਜਿਹੜੀ ਅੱਜ ਦਿੱਲੀ ਵੱਲ ਨੂੰ ਆ। ਇਹਦੇ 'ਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ। ਕੀ ਕਹਿੰਦੇ ਜਿਹੜੀ ਮੈਂ ਗੱਲ ਕੀਤੀ ਜੀ ਪਹਿਲਾਂ, ਉਹ ਤਾਂ ਪੰਜਾਬੀ ਸਿੰਗਰ ਹੀ ਨਹੀਂ, ਉਹ ਤਾਂ ਰਿਹਾਨਾ। ਬਿਲਕੁਲ ਠੀਕ ਹੈ ਨਾ ਜੀ। ਔਰ ਜਿਹੜੇ ਪੰਜਾਬੀ ਸਿੰਗਰਾਂ ਦੀ ਅਸੀਂ ਗੱਲ ਕਰਦੇ ਹਾਂ, ਜਾਂ ਪੰਜਾਬੀ ਸਾਹਿਤਕਾਰਾਂ ਦੀ ਗੱਲ ਕਰਦੇ ਹਾਂ, ਬੁੱਧੀਜੀਵੀਆਂ ਦੀ ਗੱਲ ਕਰਦੇ ਹਾਂ, ਇੰਟੈਲੈਕਚੁਅਲ ਕਲਾਸ ਸਾਰੀ ਦੀ ਸਾਰੀ ਜਿਹੜੀ ਆ, ਉਹ ਸਰਕਾਰ ਵੱਲੋਂ ਅਪਣਾਏ ਜਾ ਰਹੇ ਹੱਥ ਕੰਡਿਆਂ ਤੋਂ ਬਹੁਤ ਨਿਰਾਸ਼ ਹੈ, ਔਰ ਉਹਦੇ ਲਈ ਥਾਂ ਤੇ ਮੁਜ਼ਾਹਰੇ ਵੀ ਕੀਤੇ ਜਾ ਰਹੇ ਆ। ਉਹਨਾਂ ਦੇ ਵੈਬ ਜਿਹੜੀਆਂ ਮੀਟਿੰਗਸ ਹੋ ਰਹੀਆਂ, ਕਿਤੇ ਨਾ ਕਿਤੇ ਉਹਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ, ਉਹ ਰਿਜੈਂਟਮੈਂਟ ਸ਼ੋਅ ਕਰਦੇ। ਇੱਕ ਸਾਹਿਤਕਾਰ ਜਿਹੜਾ ਜੀ, ਇੱਕ ਗੀਤਕਾਰ ਹੋਵੇ, ਸਾਹਿਤਕਾਰ ਹੋਵੇ, ਕੋਈ ਕਹਾਣੀਕਾਰ ਹੈ, ਕਵਿਤਾ, ਇਹਨਾਂ ਦੇ ਜਿਹੜੇ ਨਾ ਬੜੇ ਕੋਮਲ ਹਿਰਦੇ ਹੁੰਦੇ, ਇਹਨਾਂ ਤੇ ਸੱਟ ਵੀ ਬਹੁਤ ਛੇਤੀ ਲੱਗਦੀ। ਠੀਕ ਹੈ ਜੀ। ਇਸ ਵੇਲੇ ਬਲੁੰਦਰੇ ਪਏ ਸਾਰੇ, ਕੋਈ ਇਹੋ ਜਿਹਾ ਸਾਹਿਤਕਾਰ ਨਹੀਂ ਹੈਗਾ ਜਿਹਨੇ, ਚਾਹੇ ਉਹ ਇੰਡੀਆ 'ਚ, ਪੰਜਾਬ 'ਚ, ਤੇ ਭਾਵੇਂ ਉਹ ਕੈਨੇਡਾ ਅਮਰੀਕਾ 'ਚ ਕਿਤੇ, ਜਾਂ ਯੂਰਪੀਅਨ ਕੰਟਰੀ 'ਚ ਬੈਠਾ, ਜਿਹਨੇ ਇਸ ਸਾਰੇ ਵਰਤਾਰੇ ਦੀ ਨਿਖੇਧੀ ਨਾ ਕੀਤੀ ਹੋਵੇ। ਫਰਕ ਨਹੀਂ ਕੀਤੀ ਜੀ। ਜਿਹੜੇ ਆਪਣੇ ਬੰਦੇ ਜਿਹੜੇ ਹੈਗੇ ਸੀਗੇ, ਜਨਤਾ ਜਿਹੜੀ ਅਰੈਸਟ ਕੀਤੀ ਗਈ ਆ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਬਿਲਕੁਲ। ਪਿਛਲੇ ਕੁਝ ਘੰਟਿਆਂ ਦੌਰਾਨ ਜਿਹੜੀ ਹੈਗੇ ਕਮੇਟੀਆਂ ਬਣਾ ਦਿੱਤੀਆਂ ਗਈਆਂ, 7 ਮੈਂਬਰੀ ਇੱਕ ਕਮੇਟੀ ਬਣਾਈ ਗਈ ਆ ਕਿਸਾਨ ਜਥੇਬੰਦੀਆਂ ਵੱਲੋਂ,
ਤੇ ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਦੇ ਨਾਮ ਵੀ ਹਾਂਜੀ ਲੈ ਸਕਦਾ। ਹਾਂਜੀ ਬਿਲਕੁਲ। ਪ੍ਰੇਮ ਸਿੰਘ ਭੰਗੂ ਇਸ ਕਮੇਟੀ ਦੇ ਕਨਵੀਨਰ ਬਣਾਏ ਗਏ ਆ ਜੀ। ਬੀਬੀ ਰਵਿੰਦਰ ਕੌਰ, ਸਰਦਾਰ ਕਮਲਜੀਤ ਸਿੰਘ ਜੀ, ਸਰਦਾਰ ਇੰਦਰਜੀਤ ਸਿੰਘ ਜੀ, ਸਰਦਾਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਹਰਪਾਲ ਸਿੰਘ ਅਤੇ ਵਿਕਾਸ ਈਸਰ, ਇਹ 7 ਮੈਂਬਰ ਆ ਜੀ ਜਿਹੜੇ ਇਹ ਕਮੇਟੀ ਦੇ ਵਿੱਚ ਬਣਾਏ ਨਾਮਜ਼ਦ ਕੀਤੇ ਗਏ ਆ। ਇਹਨਾਂ ਦਾ ਕੰਮ ਕੀ ਆ ਇਹਨਾਂ ਦਾ? ਹਾਂਜੀ, ਤੁਸੀਂ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਇਲੈਬੋਰੇਟ ਕਰ ਦਿਓ ਕਿ ਇਹਨਾਂ ਬੰਦਿਆਂ ਦਾ ਕੀ, ਇਹਨਾਂ ਨੂੰ ਜ਼ਿੰਮੇਵਾਰੀਆਂ ਕੀ ਦਿੱਤੀਆਂ? 26 ਜਨਵਰੀ ਨੂੰ ਜਦੋਂ ਕਿਸਾਨਾਂ ਨੇ ਪਰੇਡ ਕਰਨ ਦਾ ਐਲਾਨ ਕੀਤਾ ਸੀ ਤੇ 25 ਦੀ ਰਾਤ ਨੂੰ ਜਾਂ 25 ਨੂੰ ਸ਼ਾਮੀ ਜਿਹੀ ਪੁਲਿਸ ਨੇ ਕਹਿਤਾ ਕਿ ਤੁਸੀਂ ਇਹ ਜਿਹੜੀ ਆਊਟਰ ਰਿੰਗ ਰੋਡ ਆ ਉਹ ਜਾਣ ਦਾ ਖਿਆਲ ਛੱਡ ਦਿਓ, ਅਸੀਂ ਤੁਹਾਨੂੰ ਇਜਾਜ਼ਤ ਉੱਥੇ ਨਹੀਂ ਦੇ ਸਕਦੇ, ਪਰ ਇਹ ਤੁਹਾਡੇ ਵਾਸਤੇ ਹੋਰ ਰਸਤੇ ਹੈਗੇ ਜੀ। ਉਹਨਾਂ ਰਸਤਿਆਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਬਹੁਤ ਹੀ ਡਿਸਪਲਿਨਡ ਵੇ ਨਾਲ ਪਰੇਡ ਕੀਤੀ, ਟਰੈਕਟਰ ਪਰੇਡ ਕੀਤੀ। ਪਰ ਇੱਕ ਜਿਹੜੀ ਰਿੰਗ ਰੋਡ ਵਾਲੀ ਗੱਲ ਸੀ, ਆਊਟਰ ਰਿੰਗ ਰੋਡ ਵਾਲੀ, ਬਹੁਤ ਸਾਰੇ ਲੋਕ ਉਹਦੇ ਤੇ ਵੀ ਚਲੇ ਗਏ ਔਰ ਲਾਲ ਕਿਲੇ ਤੱਕ ਪਹੁੰਚ ਗਏ। ਅਸੀਂ ਦੇਖਿਆ ਇਹ ਆ ਕਿ ਉਹ ਸਾਰਾ ਕੁਝ ਕਿਵੇਂ ਹੋਇਆ ਹੈ। ਉਸ ਪਹਿਲਾਂ ਤਾਂ ਸਾਰਾ ਕੁਝ ਹੋਣ ਦਿੱਤਾ ਗਿਆ ਬੜੇ ਆਰਾਮ ਨਾਲ, ਬੜੀ ਸਕੀਮ ਨਾਲ ਹੋਣ ਦਿੱਤਾ ਗਿਆ ਵੀ ਜੋ ਕਰਨਾ ਕਰ ਲਓ। ਉਦੋਂ ਬਾਅਦ ਜਦੋਂ ਸਾਰਾ ਕੁਝ ਹੋ ਗਿਆ ਤੇ ਪੁਲਿਸ ਹਰਕਤ 'ਚ ਆ ਗਈ। ਠੀਕ ਹੈ ਜੀ। ਉੱਥੋਂ ਫਿਰ ਲੋਕਾਂ ਨੂੰ ਉਹਨਾਂ ਨੇ ਅਰੈਸਟ ਵੀ ਕੀਤਾ, ਜਿਹਨਾਂ 'ਚ ਬਹੁਤੇ ਨੌਜਵਾਨਾਂ ਦੀ ਗਿਣਤੀ ਜ਼ਿਆਦਾ, ਅਰੈਸਟ ਵੀ ਕੀਤਾ, ਉਹਨਾਂ ਤੇ ਤਸ਼ੱਦਦ ਵੀ ਕੀਤਾ, ਕੁੱਟਮਾਰ ਵੀ ਕੀਤੀ। ਔਰ ਅਜੇ ਤੱਕ ਵੀ ਅੱਜ ਦੀ ਇਸ ਡੇਟ ਤੱਕ ਜਿੱਥੇ ਆਪਾਂ ਬੈਠੇ ਗੱਲ ਕਰਦੇ ਪਏ, ਅਜੇ ਤੱਕ ਵੀ ਇਹ ਨਹੀਂ ਪਤਾ ਕਿ ਕਿੰਨੇ ਜਿਹੜੇ ਆ ਉਹ ਲੋਕ ਉੱਥੋਂ ਗੁੰਮ ਹੋ ਗਏ ਜਾਂ ਕਿੰਨਿਆਂ ਨੂੰ ਅਰੈਸਟ ਕਰ ਲਿਆ। ਪਰ ਫਿਰ ਵੀ ਬੜੇ ਲੋਕਾਂ ਨੇ ਹਿੰਮਤ ਨਾਲ ਵੱਖਰੇ ਵੱਖਰੇ ਥਾਣਿਆਂ ਨਾਲ ਗੱਲ ਕਰਕੇ, ਜੇਲ੍ਹਾਂ ਨਾਲ ਗੱਲ ਕਰਕੇ ਕੁਝ ਫਿਗਰਾਂ ਸਾਹਮਣੇ ਲਿਆਂਦੀਆਂ। ਹੁਣ ਦੱਸਣ ਵਾਲੇ ਤਾਂ ਕੋਈ ਕਹਿੰਦਾ ਜੀ 500 ਬੰਦਾ ਲਾਪਤਾ, ਕੋਈ 1000 ਬੰਦਾ ਵੀ ਲਾਪਤਾ ਕਹਿੰਦਾ, ਕੋਈ 200 ਕਹਿੰਦਾ, ਪਰ ਜਿਹੜੀ ਲਿਸਟ 'ਚ ਆਈ ਆ ਉਹ 125 ਬੰਦੇ ਦੀ, 115 ਬੰਦਿਆਂ ਦੀ ਜਿਹੜੀ ਤਿਹਾੜ ਜੇਲ੍ਹ ਦੇ ਵਿੱਚ ਹੈ ਜੀ, ਇੰਨੀ ਕਿ ਲਿਸਟ ਆਈ ਆ। ਇਹਦਾ ਮਤਲਬ ਜੇ ਪੁਲਿਸ ਮੰਨੀ ਆ ਕਿ ਇੰਨੇ ਬੰਦਿਆਂ ਨੂੰ ਅਸੀਂ ਮੁਕੱਦਮਾ ਦਰਜ ਕਰਕੇ ਜਿਹੜਾ ਵਾ ਉਹ ਅਸੀਂ ਉਹਨਾਂ ਦੀ ਹਿਰਾਸਤ 'ਚ ਰਹਿ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈਗਾ, ਇਹਦਾ ਮਤਲਬ ਬਾਕੀਆਂ ਨੂੰ ਅਜੇ ਕਿਉਂ ਨਹੀਂ ਭੇਜਿਆ? ਬਾਕੀਆਂ ਬਾਰੇ ਜਾਂ ਤਾਂ ਕੁੱਟਮਾਰ ਹੋ ਰਹੀ ਹੈ, ਜਾਂ ਕੁੱਟਮਾਰ ਜ਼ਿਆਦਾ ਕਰਤੀ ਹੈ ਤੇ ਹੁਣ ਮੱਲਮ ਪੱਟੀ ਹੋ ਰਹੀ ਹੈ, ਜਾਂ ਅਜੇ ਉਹ ਕਹਿੰਦੇ ਆ ਕਿ ਅਸੀਂ ਇਹਨਾਂ ਕੋਲ ਪੜਤਾਲ ਕਰ ਰਹੇ ਹਾਂ। ਉਹ ਵੀ ਇਦਾਂ ਦੀ ਜਿਹੜੀ ਬਣੀ ਹੋਈ ਹਾਲਤ, ਇਹਦੇ ਨਾਲ ਜਿਨ੍ਹਾਂ ਦੇ ਬੱਚੇ, ਜਿਨ੍ਹਾਂ ਦੇ ਬਜ਼ੁਰਗ, ਜਿਨ੍ਹਾਂ ਦੇ ਭੈਣ ਭਰਾ ਗੁਆਚੇ ਆ, ਗੁੰਮ ਹੋਏ ਇਸ ਸਾਰੇ ਘਟਨਾਕ੍ਰਮ ਦੇ ਵਿੱਚ, ਉਹਨੂੰ ਵਾਕਈ ਚਿੰਤਾ ਵਾਲੀ ਗੱਲ ਆ। ਕਿਸਾਨ ਲੀਡਰਸ਼ਿਪ ਲਈ ਵੀ ਚਿੰਤਾ ਵਾਲੀ ਗੱਲ ਆ। ਔਰ ਉਹ ਚਾਹੁੰਦੇ ਹੈਗੇ ਆ ਕਿ ਸਾਨੂੰ ਪਤਾ ਤਾਂ ਲੱਗੇ ਘੱਟੋ ਘੱਟ ਹੈ ਕਿੱਥੇ। ਜਿੱਥੇ ਤੱਕ ਕਿਸਾਨ ਜਥੇਬੰਦੀਆਂ ਦਾ ਸਵਾਲ ਆ, ਕਿਸਾਨ ਜਥੇਬੰਦੀਆਂ ਨੇ ਪਹਿਲਾਂ ਸਾਰੇ ਲੋਕਾਂ ਨੂੰ ਵੱਡੇ ਪੱਧਰ ਤੇ ਇਹ ਬੇਨਤੀ ਕੀਤੀ ਸੀ ਵੀ ਜਿਹਦੇ ਕੋਈ ਘਰ ਦਾ ਜੀ ਤੁਹਾਨੂੰ ਲੱਗਦਾ ਗੁੰਮ ਹੋਇਆ ਵਾ, ਸਾਨੂੰ ਦੱਸੋ, ਉਹਦਾ ਵੇਰਵਾ ਸਾਨੂੰ ਦੇਵੋ। ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਦਾਂ ਦੀਆਂ ਰਿਪੋਰਟਾਂ ਆਈਆਂ, ਇੱਕ ਪਿੰਡ ਵਿੱਚ 20 ਬੰਦੇ ਜਿਹੜੇ ਸੀ ਉੱਥੋਂ ਗਾਇਬ ਹੋਏ ਹੈਗੇ, ਜਿਹੜੇ ਲੱਭਦੇ ਨਹੀਂ ਪਏ, ਲਾਪਤਾ ਹੈਗੇ। ਪਰ ਉਸ ਤੋਂ ਬਾਅਦ ਇਹਦੀ ਕਾਨੂੰਨੀ ਪੈਰਵਾਈ ਕਰਨ ਵਾਸਤੇ 20 ਵਕੀਲਾਂ ਨਾਲ ਸੰਪਰਕ ਕੀਤਾ ਗਿਆ। ਹੁਣ ਕਿਸਾਨਾਂ ਨੇ ਇੱਕ 7 ਮੈਂਬਰੀ ਕਮੇਟੀ ਬਣਾਤੀ ਹੈ, ਹਾਂਜੀ, ਉਹ ਕਮੇਟੀ ਬਣਾਤੀ ਹੈ। ਉਸ ਕਮੇਟੀ ਨੂੰ ਇਹ ਕਿਹਾ ਗਿਆ ਕਿ ਤੁਸੀਂ ਉਹਨਾਂ ਲੋਕਾਂ ਨਾਲ ਸੰਪਰਕ ਬਣਾਓ ਜਿਨ੍ਹਾਂ ਦਾ ਕੋਈ ਨਾ ਕੋਈ ਜੀ ਜਿਹੜਾ ਵਾ ਉਹ ਲਾਪਤਾ ਹੋਇਆ, ਜਾਂ ਉਹਨਾਂ ਤੇ ਕੋਈ ਕੇਸ ਬਣ ਗਿਆ, ਤਾਂ ਕਿ ਪਤਾ ਲੱਗੇ ਕਿ ਧਾਰਾ ਕਿਹੜੀਆਂ ਲਾਈਆਂ ਗਈਆਂ, ਉਸ ਮੁਤਾਬਕ ਉਹਨੂੰ ਜਿਹੜੀ ਕਾਨੂੰਨੀ ਪੈਰਵਾਈ ਉਹਦੀ ਕੀਤੀ ਜਾਵੇ, ਉਹਨੂੰ ਕਾਨੂੰਨੀ ਸਹਾਇਤਾ ਜਿਹੜੀ ਪ੍ਰੋਵਾਈਡ ਕੀਤੀ ਜਾਵੇ, ਪ੍ਰਬੰਧ ਕੀਤਾ ਜਾਵੇ। ਬਿਲਕੁਲ ਜੀ। ਇਸੇ ਤਰ੍ਹਾਂ ਹੀ ਹੁਣ ਦੇਖੋ ਜਿਹੜੀ ਡਾਂਗ ਵਾਹੀ ਗਈ, ਉੱਥੇ ਅਤਿਆਚਾਰ ਕੀਤਾ ਗਿਆ ਪੁਲਿਸ ਵੱਲੋਂ, ਉਹ ਆਪਾਂ ਕਹਿੰਦੇ ਦਿੱਲੀ ਪੁਲਿਸ ਨੇ ਕੀਤਾ, ਪਰ ਉਹ ਦਿੱਲੀ ਸਰਕਾਰ ਦੀ ਪੁਲਿਸ ਨਹੀਂ ਹੈਗੀ, ਉਹ ਸੈਂਟਰ ਗਵਰਨਮੈਂਟ ਦੀ ਪੁਲਿਸ ਆ, ਸਿੱਧੀ ਦੀ ਸਿੱਧੀ ਹੋਮ ਮਿਨਿਸਟਰ, ਸੈਂਟਰ ਹੋਮ ਮਿਨਿਸਟਰ ਜਿਹੜਾ ਹੈਗਾ ਅਮਿਤ ਸ਼ਾਹ, ਉਹਦੇ ਅੰਡਰ ਆ। ਪਰ ਉਹਦੇ ਲਈ ਕੰਮ ਤਾਂ ਉਹਨਾਂ ਨੇ ਕੀਤਾ ਤੇ ਹੁਣ ਬਦਨਾਮੀ ਜਿਹੜੀ ਆ ਉਹ ਦਿੱਲੀ ਸਰਕਾਰ ਦੀ ਹੁੰਦੀ ਪਈ ਹੈ। ਦਿੱਲੀ ਸਰਕਾਰ ਨੇ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਪਣੇ ਵੱਲੋਂ ਆਫਰ ਕੀਤੀ ਹੈਗੀ ਆ ਕਿ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਆ, ਤੇ ਅਸੀਂ ਜੇਲ੍ਹਾਂ 'ਚ ਵੀ ਪਤਾ ਕਰਾਂਗੇ, ਅਸੀਂ ਥਾਣਿਆਂ 'ਚ ਵੀ ਜਾ ਕੇ ਪਤਾ ਕਰ ਸਕਦੇ ਹਾਂ, ਠੀਕ ਹੈ ਜੀ, ਤੇ ਤੁਸੀਂ ਸਾਨੂੰ ਕੋਆਪਰੇਟ ਕਰਨ ਵਾਸਤੇ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਖੜੀ ਕਰੋ। ਉਹਦੇ ਵਾਸਤੇ 7 ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਇਹ ਕਮੇਟੀ ਹੁਣ ਥੋੜਾ ਸਮਾਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਮਿਲ ਕੇ ਆਈ ਹੈ। ਅਰਵਿੰਦ ਕੇਜਰੀਵਾਲ ਸੀ, ਉਹਦੇ ਵਿੱਚ ਸਤਿੰਦਰ ਜੈਨ ਸੀ, ਰਾਘਵ ਚੱਡਾ ਸੀ, ਤੇ ਹੋਰ ਉਹਨਾਂ ਦੇ ਟੀਮ ਦੇ ਮੈਂਬਰ ਸੀਗੇ। ਉਹਨਾਂ ਨੂੰ ਵੀ ਇਹਨਾਂ ਨੇ ਰਿਕੁਐਸਟ ਕੀਤੀ ਆ, ਉਹਦੇ ਬਾਰੇ ਤੁਸੀਂ ਥੋੜਾ ਦੇਖੋ। ਪਹਿਲਾਂ ਤਾਂ ਇਹ ਗੱਲ ਸੀਗੀ ਜੀ ਕਿ ਬੇਸ਼ੱਕ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਆ, ਉਹ ਕਹਿੰਦੇ ਕਿ ਦਿੱਲੀ ਪੁਲਿਸ ਮੇਰੇ ਅੰਡਰ ਨਹੀਂ ਆ, ਪਰ ਦਿੱਲੀ ਦੀ ਧਰਤੀ ਦੇ ਉੱਤੇ ਜਿਹੜੇ ਘਟਨਾਕ੍ਰਮ ਹੋਇਆ ਉਹਦੇ ਲਈ ਕੋਈ ਨਾ ਕੋਈ ਇਦਾਂ ਦਾ ਰਾਹ ਲੱਭਿਆ ਜਾ ਸਕਦਾ ਉੱਥੋਂ ਦੇ ਮੁੱਖ ਮੰਤਰੀ ਵੱਲੋਂ। ਉੱਥੇ ਉਹ 2 ਤਰੀਕੇ
ਮੇਨ ਆ। ਜੀ। ਇੱਕ ਤਾਂ ਜਿਹੜੇ ਉਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਦੱਸੋ ਕਿਹੜੇ ਬੰਦੇ ਗੁੰਮ ਆ ਤੇ ਮੈਂ ਉਹਨਾਂ ਦੀ ਭਾਲ ਕਰਾਂ। ਦੂਜਾ, ਇਹ ਬੜਾ ਚੰਗਾ ਕੰਮ ਹੈ ਜਾਂ ਚੰਗਾ ਉਦਮ ਕਹਿ ਸਕਦੇ ਆ, ਚੰਗੀ ਪਹਿਲ ਕਦਮੀ ਕਹਿ ਸਕਦੇ ਆ। ਦੂਜਾ ਜਿਹੜਾ ਕਰਨਾ ਚਾਹੀਦਾ ਉਹਨਾਂ ਨੂੰ, ਉਹ ਚਾਹੀਦਾ ਹੈਗਾ ਕਿ ਉਹ ਉੱਥੇ ਜਨਹਿਤ ਪਟੀਸ਼ਨ ਪਾਉਣ। ਬੇਸ਼ੱਕ ਸਰਕਾਰੀ ਪਟੀਸ਼ਨ ਵੀ ਪਾ ਸਕਦੇ, ਹਾਈ ਕੋਰਟ ਵਿੱਚ ਵੀ ਪਾ ਸਕਦੇ, ਸੁਪਰੀਮ ਕੋਰਟ 'ਚ ਵੀ ਪਾ ਸਕਦੇ। ਉੱਥੇ ਕਿਹਾ ਜਾਵੇ ਕਿ ਇਹ ਜਿਹੜੇ ਅਣਮਨੁੱਖੀ ਕਾਰਾ ਹੋਇਆ ਵਾ, ਇਹ ਦਿੱਲੀ ਪੁਲਿਸ ਨੂੰ ਪੁੱਛਿਆ ਜਾਵੇ ਕਿ ਕਿੰਨੇ ਲੋਕ ਉਹਨਾਂ ਦੀ ਹਿਰਾਸਤ 'ਚ ਹੈਗੇ ਆ। ਜੇ ਸਿੱਧਾ ਸਿੱਧਾ ਨਹੀਂ ਦੱਸਦੇ, ਇਹ ਸਿੱਧਾ ਦੱਸਣਾ ਨਹੀਂ ਹੈਗਾ ਵੈਸੇ ਉਹਨਾਂ ਨੇ, ਇਹ ਗੱਲ ਪੱਕੀ ਹੈ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ, ਕਿਹੜਾ ਉਹਨਾਂ ਦੀ ਪਾਰਟੀ ਦਾ CM ਹੈਗਾ, ਉਹ ਦੂਜੀ ਪਾਰਟੀ ਦਾ ਹੈਗਾ, ਤੇ ਉਹਨਾਂ ਦੀ ਆਪਸ 'ਚ ਖੜਕਦੀ 24 ਘੰਟੇ ਖੜਕਦੀ, ਤੇ ਉਹਨਾਂ ਨੇ ਉਹਨਾਂ ਨੂੰ ਦੱਸਣਾ ਨਹੀਂ ਹੈਗਾ। ਉਹਦਾ ਹੱਲ ਇਹ ਆ ਮੇਰੇ ਮੁਤਾਬਕ ਕਿ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇ, ਸੁਪਰੀਮ ਕੋਰਟ ਨੂੰ ਕਹੇ ਕਿ ਤੁਸੀਂ ਦਖਲ ਦੇਵੋ, ਔਰ ਦਖਲ ਦੇ ਕੇ ਪਤਾ ਕਰੋ, ਪੁਲਿਸ ਨੂੰ ਪੁੱਛੋ ਕਿ ਕਿੰਨੇ ਲੋਕ ਉਹਨਾਂ ਦੀ ਹਿਰਾਸਤ 'ਚ ਹੈਗੇ ਆ, ਕਿੰਨੇ ਜਿਹੜੇ ਆ ਉਹਨਾਂ ਨੇ ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਭੇਜ ਦਿੱਤੇ ਹੈਗੇ ਆ। ਇਹ ਗੱਲ ਕੀਤੀ ਜਾ ਸਕਦੀ ਆ। ਹੁਣ ਅੱਜ ਸੁਪਰੀਮ ਕੋਰਟ ਨੇ ਇੱਥੇ, ਅਸੀਂ ਜਦੋਂ ਰਾਤ ਸ਼ੁਰੂ ਹੋ ਜਾਣੀ ਆ ਤੇ ਉੱਧਰ ਇੰਡੀਆ 'ਚ ਦਿਨ ਸ਼ੁਰੂ ਹੋ ਜਾਂਦਾ, ਸੁਪਰੀਮ ਕੋਰਟ ਦੇ ਵਿੱਚ 26 ਜਨਵਰੀ ਨੂੰ ਜੋ ਕੁਝ ਹੋਇਆ ਉਸ ਸਬੰਧ ਦੇ ਵਿੱਚ ਸੁਣਵਾਈ ਸ਼ੁਰੂ ਹੋਣੀ ਆ। ਦੇਖਦੇ ਆ ਉੱਠ ਕੇ ਸਕਰਬਟ ਬੈਠਦਾ ਜੀ। ਜਿਹੜਾ ਸਮਾਨ ਵੀ ਉੱਥੇ ਗਵਾਚਿਆ, ਟਰੈਕਟਰ ਗਵਾਚ ਗਏ, ਹੋਰ ਸਮਾਨ ਨਹੀਂ ਲੱਭਦਾ, ਮਸ਼ੀਨਰੀ ਬਹੁਤ ਜ਼ਿਆਦਾ ਉੱਥੇ ਡੈਮੇਜ ਹੋ ਗਈ ਆ, ਉਹਦੇ ਬਾਰੇ ਵੀ ਇਹਨਾਂ ਨੇ ਕੋਈ ਗੱਲਾਂ ਅੱਜ ਹੋਈਆਂ ਕਿ ਜਿਹੜੇ ਨੰਬਰ ਡਿਸਪਲੇ ਕੀਤੇ ਆ, ਉਹ ਮੈਂ ਤੁਹਾਨੂੰ ਨੰਬਰ ਵੀ ਬੋਲੂੰਗਾ, ਤੇ ਸਾਡੇ ਜਿਹੜੇ ਦਰਸ਼ਕ ਆ, ਜਿਹੜੇ ਸਾਡੇ ਇੰਡੀਆ ਦੇ ਵਿੱਚ ਦਰਸ਼ਕ ਬੈਠੇ ਆ, ਉਹਨਾਂ ਦੇ ਕੋਈ ਮਸ਼ੀਨਰੀ ਨਹੀਂ ਲੱਭਦੀ, ਕੋਈ ਟਰੈਕਟਰ ਆ, ਕੋਈ ਉਹਨਾਂ ਦਾ ਬੱਚਾ ਜਾਂ ਕੋਈ ਉਹਨਾਂ ਦਾ ਹੋਰ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਹੈਗੀ ਆ, ਤੁਸੀਂ ਇਹ ਜਿਹੜੀ ਕਮੇਟੀ ਬਣੀ ਹੋਈ ਆ, ਇਸ ਕਮੇਟੀ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਤੇ ਜੇ ਤੁਸੀਂ ਕਹੋ ਤਾਂ ਜੀ, ਹਾਂਜੀ ਬਿਲਕੁਲ ਜੀ, ਨੰਬਰ ਦੱਸ ਦਿਓ, ਤੁਹਾਨੂੰ ਨੋਟ ਹੈ। ਹਾਂਜੀ, ਉਹ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਮੈਂ ਦੱਸਣ ਲੱਗਾ, 93 158 48 586, 99 142 31 100 ਪੂਰਾ, 98 140 047 29, 94 164 95 827, 98 133 64 100, 81 980 22 033। ਇਹ ਕੰਟੈਕਟ ਨੰਬਰ ਉਹਨਾਂ ਨੇ ਅੱਜ ਕਮੇਟੀ ਨੇ ਛੱਡੇ ਹੋਏ ਆ। ਇਹਨਾਂ ਤੇ ਤੁਸੀਂ ਕੋਈ ਵੀ ਤੁਹਾਡੀ ਚੀਜ਼ ਆ ਜਿਹੜੀ ਗੁੰਮ ਆ, ਤੁਹਾਡੇ ਬੱਚੇ ਆ ਜਾਂ ਤੁਹਾਡੀ ਮਸ਼ੀਨਰੀ ਆ, ਤੁਸੀਂ ਇਹਨਾਂ ਤੇ ਕੰਟੈਕਟ ਕਰ ਤੇ ਇਹ ਤੁਹਾਡੇ ਹੈਲਪ ਕਰਨਗੇ। ਮੈਨੂੰ ਲੱਗਦਾ ਭਿੰਡਰ ਸਾਹਿਬ ਇਹ ਸਾਰੇ ਨੰਬਰ ਜਿਹੜੇ ਨਾ ਸਾਨੂੰ ਹਾਂਜੀ ਆਪਦੇ ਪ੍ਰੋਗਰਾਮ ਦੇ ਨਾਲ ਜਿਹੜੇ ਡਿਸਪਲੇ ਕਰ ਦੇਣੇ ਚਾਹੀਦੇ। ਬਿਲਕੁਲ ਜੀ, ਅਸੀਂ ਨਾਲ ਦੀ ਨਾਲ ਅਸੀਂ ਆਪਣੇ, ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਂ ਤੁਸੀਂ YouTube ਚੈਨਲ ਤੇ ਜਾ ਕੇ ਤੁਸੀਂ ਇਹ ਨੰਬਰ ਆ ਜਿਹੜੇ ਉਹ ਫਾਈਂਡ ਆਊਟ ਵੀ ਕਰ ਸਕਦੇ ਹੋ। ਅਸੀਂ ਇਹਦੀ ਵਿਵਸਥਾ ਵੀ ਤੁਹਾਨੂੰ ਕਰਕੇ ਦਿੰਨੇ ਆ, ਤੁਸੀਂ ਜ਼ਰੂਰ ਇਹ ਜਿਹੜਾ ਹੈਗਾ ਕਮੇਟੀ ਤੱਕ ਕੰਟੈਕਟ ਕਰ ਸਕਦੇ। ਹਾਂਜੀ ਅੱਗੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਕਿ ਕਿਸਾਨਾਂ ਨੇ ਇੱਕ ਜਿਹੜੀ ਕਮੇਟੀ ਬਣਾਈ ਆ, ਉਹਨਾਂ ਤੇ ਪ੍ਰੈਸ਼ਰ ਬਹੁਤ ਆ ਜੀ। ਇੱਕ ਤਾਂ ਪ੍ਰੈਸ਼ਰ ਉਹਨਾਂ ਤੇ ਹੈ ਸੀ ਕਿ ਉਹ ਜਿਹੜਾ ਕਿਸਾਨੀ ਅੰਦੋਲਨ ਨੂੰ ਵਧੀਆ ਤਰੀਕੇ ਨਾਲ ਚਲਾਉਣਾ, ਉਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ, ਜਿਹੜੀਆਂ ਰੁਕਾਵਟਾਂ ਪਈਆਂ, ਇੱਕ ਤਾਂ ਉਹਦਾ ਸਾਂਭ ਸੰਭਾਲ ਦੀ ਗੱਲ ਹੈ ਕਿ ਕਿਸੇ ਤਰੀਕੇ ਨਾਲ ਦੁਬਾਰਾ ਉਹ ਮੋਮੈਂਟਮ ਜਿਹੜਾ ਉਹ ਕਾਇਮ ਕੀਤਾ ਜਾਵੇ, ਉਹ ਜੋਸ਼ ਜਿਹੜਾ ਉਹ ਦੁਬਾਰਾ ਕਿਸਾਨਾਂ ਵਿੱਚ ਵੀ ਆਵੇ, ਲੋਕਾਂ 'ਚ ਆਵੇ। ਇੱਕ ਤਾਂ ਇਹ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ। ਦੂਜੀ ਜ਼ਿੰਮੇਵਾਰੀ ਜਿਹੜੀ ਪੈ ਗਈ ਉਹ ਇਹ ਹੈ ਕਿ ਜਿਹੜੀਆਂ 26 ਤਰੀਕ ਨੂੰ ਘਟਨਾਵਾਂ ਵਾਪਰੀਆਂ, ਉਹਦੇ ਵਿੱਚ ਨੁਕਸਾਨ ਹੋ ਗਿਆ, 2 ਮੁੰਡੇ ਤਾਂ ਮਰੇ ਗਏ ਸਾਡੇ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਜਿਹੜੇ ਅਨੇਕਾਂ ਜਿਹੜੇ ਲੱਭਦੇ ਨਹੀਂ ਪਏ, ਫੱਟੜ ਹੋਏ ਆ, ਉਸ ਤੋਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਹਮਲਾ ਹੋਇਆ, ਠੀਕ ਹੈ ਜੀ। ਇਸ ਤਰੀਕੇ ਦੀ ਜਿਹੜੀ ਉਹਨਾਂ ਦੇ ਪੂਰਾ ਪ੍ਰੈਸ਼ਰ ਬਣਿਆ ਪਿਆ, ਇਹਨੂੰ ਸੰਭਾਲਣ ਵਾਸਤੇ ਕਿਸਾਨ ਲੀਡਰਸ਼ਿਪ ਜਿਹੜੀ ਆ ਬੜੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਆ। ਉਹਨਾਂ ਨੇ ਇਹ 7 ਮੈਂਬਰੀ ਕਮੇਟੀ ਬਣਾਈ ਆ, ਉਹ ਸਿਆਣੇ ਬੰਦੇ ਦੀ ਕਮੇਟੀ ਬਣਾਈ ਆ। ਇਹ ਜ਼ਰੂਰ ਆਪਣੇ ਲੈਵਲ ਤੇ ਭੱਜ ਨਸ ਕਰਕੇ ਇਹ ਮਦਦ ਕਰਨਗੇ ਲੋਕਾਂ ਦੀ, ਠੀਕ ਹੈ ਜੀ। ਉਹ ਇਹ ਮਦਦ ਕਰਨੀ ਜ਼ਰੂਰੀ ਵੀ ਬਣਦੀ ਹੈ। ਇਹ ਅੰਦੋਲਨ ਜਿਹੜਾ ਇੱਥੇ ਖਤਮ ਤਾਂ ਹੋ ਨਹੀਂ ਗਿਆ, ਇਹ ਅੱਗੇ ਵਧਣਾ ਅਜੇ। ਆਉਣ ਵਾਲੇ ਦਿਨਾਂ 'ਚ ਕੀ ਪੈਂਤੜਾ ਲੈਂਦਾ ਅੰਦੋਲਨ, ਕੀ ਪੈਂਤੜਾ ਲੈਂਦੇ ਕਿਸਾਨ, ਕਿੱਧਰ ਨੂੰ ਜਾਂਦੀ ਗੱਲ, ਤੇ ਜੇ ਹੁਣ ਨਾ ਧਿਆਨ ਦਿੱਤਾ ਤੇ ਫਿਰ ਸ਼ਾਇਦ ਲੋਕਾਂ ਦੇ ਵਿੱਚੋਂ ਵਿਸ਼ਵਾਸ ਦੀ ਵੀ ਘਾਟ ਆ ਜਾਊਗੀ। ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਬਹੁਤ ਵਧੀਆ ਫੈਸਲਾ ਲਿਆ ਔਰ ਉਹ ਮਦਦਗਾਰ ਸਾਬਤ ਹੋਣਗੇ। ਸਰਕਾਰ ਨਾਲ ਵੀ ਰਾਬਤਾ ਬਣਾਉਣਗੇ, ਪੁਲਿਸ ਨਾਲ ਵੀ ਰਾਬਤਾ ਬਣਾਉਣਗੇ, ਅਦਾਲਤਾਂ ਨਾਲ ਵੀ ਰਾਬਤਾ ਬਣਾਉਣਗੇ, ਔਰ ਸਭ ਤੋਂ ਵੱਡੀ ਗੱਲ ਕਿ ਵਕੀਲਾਂ ਦੀ ਜਿਹੜੀ ਬਹੁਤ ਵੱਡੀ ਟੀਮ ਨੇ ਉੱਥੋਂ ਅਨਾਉਂਸ ਕੀਤਾ ਕਿ ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਉਹਨਾਂ ਨਾਲ ਵੀ ਇਹ ਲਿੰਕ ਬਣਾ ਕੇ ਰੱਖਣਗੇ, ਉਹਨਾਂ ਨਾਲ ਸਲਾਹ ਮਸ਼ਵਰਾ ਬਣਾ ਕੇ ਰੱਖਣਗੇ। ਇਹਨਾਂ ਦੇ ਜਿਹੜੇ ਵੀ ਉੱਥੇ ਗੁੰਮ ਹੋਏ ਆ ਜਾਂ ਜਿਹੜੇ ਪੁਲਿਸ ਦੀ ਹਿਰਾਸਤ ਵਿੱਚ ਹੈਗੇ, ਉਹਨਾਂ ਦੇ ਕੇਸ ਲੜਨ ਵਾਸਤੇ ਉਹਨਾਂ ਦੀਆਂ ਵਕੀਲਾਂ ਦੀਆਂ ਸੇਵਾਵਾਂ ਲੈਣ ਲਈ ਵੀ ਪਹਿਲ ਕਦਮੀ ਕਰਨਗੇ।
ਇਹ ਇੱਕ ਬਹੁਤ ਜ਼ਰੂਰੀ ਕੰਮ ਸੀ, ਬਹੁਤ ਜ਼ਰੂਰੀ ਕਦਮ ਸੀ ਜਿਹੜਾ ਕਿਸਾਨਾਂ ਨੇ ਚੁੱਕਿਆ। ਔਰ ਮੈਨੂੰ ਉਮੀਦ ਹੈ ਕਿ ਜਿਹੜੀ ਅੱਜ ਹਾਲਤ ਹੈ, ਅੱਜ ਸਾਨੂੰ ਚਿੰਤਾ ਹੈ ਕਿ ਉਹ ਲੱਭ ਨਹੀਂ ਰਹੇ, ਸਾਡੇ ਨੌਜਵਾਨ ਆ ਜਾਂ ਸਿਆਣੇ ਬੰਦੇ ਹੈਗੇ ਆ ਲੱਭ ਨਹੀਂ ਰਹੇ, ਉਹ ਆਉਣ ਵਾਲੇ 2-4 ਦਿਨਾਂ 'ਚ ਵੱਧ ਤੋਂ ਹਫ਼ਤੇ ਦੇ ਵਿੱਚ ਗੱਲ ਜਿਹੜੀ ਆ ਬੜੀ ਕੋਈ ਪਿਕਚਰ ਕਲੀਅਰ ਹੋ ਜਾਊਗੀ। ਹਾਂ, ਕੇਸ ਤਾਂ ਚੱਲਣਗੇ ਉਹਨਾਂ ਤੇ, ਕੇਸ ਉਹਨਾਂ ਦੇ ਚੱਲਣਗੇ, ਕਿਉਂਕਿ ਧਾਰਾ ਜਿਹੜੀਆਂ ਕੁਛ ਇੱਦਾਂ ਦੀਆਂ ਪਾਈਆਂ ਜਾਂਦੀਆਂ, ਫਿਰ ਤਾਂ ਆਪਾਂ ਨੂੰ ਪਤਾ ਹੀ ਆ ਸਾਡੇ ਅਦਾਲਤਾਂ ਦਾ ਕੀ ਹਾਲ ਹੈ, ਉੱਥੇ ਤਰੀਕਾਂ ਕਿਹੜਾ ਛੇ ਦੀ ਪੈ ਜਾਣੀਆਂ। ਹੋ ਸਕਦਾ ਇਹ ਜੇ ਸੁਪਰੀਮ ਕੋਰਟ ਦਖਲਅੰਦਾਜ਼ੀ ਕਰੇ ਤੇ ਭਾਵੇਂ 2 ਦਿਨਾਂ 'ਚ ਸਾਰੇ ਕੇਸ ਖਤਮ ਹੋ ਜਾਏ, ਨਾ ਦਖਲਅੰਦਾਜ਼ੀ ਕਰੇ ਤਾਂ 2 ਸਾਲ ਵੀ ਲੱਗ ਸਕਦੇ, 4 ਸਾਲ ਵੀ ਲੱਗ ਸਕਦੇ। MP ਸਿੰਘ ਜੀ, ਐਡੇ ਵੱਡੇ ਅੰਦੋਲਨ ਨੂੰ ਚਲਾਉਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸ਼ਾਂਤੀ, ਕਿਉਂਕਿ ਹਮੇਸ਼ਾ ਹੀ ਉਹ ਕੋਈ ਵੀ ਲੀਡਰ ਹੋਵੇ ਉਹਨਾਂ ਦਾ ਹਮੇਸ਼ਾ ਹੀ ਇਹਨਾਂ ਦੇ ਮੂੰਹ ਦੇ ਉੱਤੇ ਇੱਕੋ ਹੀ ਗੱਲ ਹੁੰਦੀ ਆ ਕਿ ਜੇਕਰ ਇਹ ਜਿੱਤਣਾ ਤਾਂ ਆਪਾਂ ਨੂੰ ਸ਼ਾਂਤੀ ਦੀ ਲੋੜ ਆ, ਅਹਿੰਸਾ ਦੀ ਲੋੜ ਆ। ਠੀਕ ਹੈ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਆ ਜਿਹੜਾ ਹੋਰ ਵੱਡਾ ਰੂਪ ਲੈ ਰਿਹਾ, ਕਿਉਂਕਿ ਬਾਕੀ ਸਟੇਟਾਂ ਦੇ ਵਿੱਚੋਂ ਵੀ, ਪੰਜਾਬ ਦੇ ਪਿੰਡਾਂ 'ਚੋਂ ਵੀ ਟਰਾਲੀਆਂ ਭਰ ਕੇ ਆ ਰਹੀਆਂ। ਇਸ ਚੀਜ਼ ਨੂੰ ਮੇਨਟੇਨ ਕਰਨ ਦੇ ਲਈ, ਬਣਾਈ ਰੱਖਣ ਦੇ ਲਈ ਕੀ ਨਵੇਂ ਇੰਤਜ਼ਾਮ ਕੋਈ ਕਰ ਰਹੇ ਆ ਜਾਂ ਕੀ ਹੋ ਸਕਦੇ ਅਗਲੇ ਦਿਨਾਂ ਦੇ ਵਿੱਚ? ਇੱਕ ਤਾਂ 6 ਤਰੀਕ ਨੂੰ ਹਾਂਜੀ ਕਾਲ ਦਿੱਤੀ ਆ ਭਾਰਤ ਬੰਦ ਦੀ, 12 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਜਿਹੜਾ ਉਹ ਪੂਰਾ ਭਾਰਤ ਵਿੱਚ ਚੱਕਾ ਜਾਮ ਰੱਖਣਾ। ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ, 26 ਤਰੀਕ ਵਾਲਾ ਸਾਰਾ ਕੁਝ ਸੁੱਖ ਸਵੱਲੀ ਹੋ ਜਾਂਦਾ ਤੇ 1 ਤਰੀਕ ਨੂੰ, 1 ਫਰਵਰੀ ਨੂੰ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ ਜੀ। ਠੀਕ ਹੈ ਜੀ, ਉਹ 26 ਵਾਲੀਆਂ ਘਟਨਾਵਾਂ ਨੇ ਹੀ ਬ੍ਰੇਕ ਲਾਤੀ। ਬਿਲਕੁਲ, ਬ੍ਰੇਕ ਇੰਨੀ ਜ਼ਬਰਦਸਤ ਲਾਈ, ਇੱਕ ਤਾਂ ਉਹ ਜਿਹੜਾ ਸੀਗਾ ਪਲਾਨ ਉਹ ਵਾਪਸ ਲੈਣਾ ਪਿਆ, ਅਨਾਉਂਸਮੈਂਟ ਵਾਪਸ ਲੈਣੀ ਪਈ। ਦੂਜਾ ਇਹਦਾ ਨੁਕਸਾਨ ਇਹ ਵੀ ਹੋਇਆ ਕਿ ਇੱਕ ਵਾਰੀ ਸਾਰਾ ਮੋਰਚਾ ਹਿੱਲ ਗਿਆ, ਪਰ ਸੰਭਲ ਗਿਆ, ਛੇਤੀ ਸੰਭਲ ਗਿਆ। ਬਿਲਕੁਲ ਜੀ, ਔਰ ਛੇਤੀ ਸੰਭਲਣ ਦਾ ਜਿਹੜਾ ਪੱਕਾ ਸਬੂਤ ਜਿਹੜਾ ਉਹ ਇਹ ਆ ਕਿ ਟਕੈਤ ਦੀ ਇੱਕ ਆਵਾਜ਼ ਦੇ ਉੱਤੇ ਉੱਥੇ ਪਹਿਲਾਂ ਨਾਲੋਂ ਕਈ ਗੁਣਾ ਵੱਧ ਲੋਕ ਜਿਹੜੇ ਪਹੁੰਚ ਗਏ। ਇਕੱਲੇ ਯੂਪੀ ਦੇ ਨਹੀਂ, ਹਰਿਆਣੇ ਦੇ ਵੀ, ਪੰਜਾਬੀ ਵੀ ਉੱਥੇ ਬਹੁਤ ਵੱਡੀ ਗਿਣਤੀ 'ਚ ਪਹੁੰਚੇ। ਤਾਂ ਅੱਜ ਟਕੈਤ ਸਾਹਿਬ ਪੂਰੇ ਜੁਰਤ ਵਿੱਚ ਹੈਗੇ। ਹੁਣ ਉਸ ਤੋਂ ਬਾਅਦ ਜਿਹੜੀ ਗੱਲ ਹੈ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਸੀ ਉੱਥੇ ਵੰਨ-ਸਵੰਨੇ ਉਹਨਾਂ ਨੂੰ ਮਿਲਣ ਗਏ। ਲੱਗਦਾ ਸੀਗਾ ਵੀ ਇਹ ਟਕੈਤ ਨੂੰ ਪਲੋਸ ਕੇ ਤੇ ਮਾਮਲਾ ਸਾਰਾ ਆਪਦੇ ਹੱਥ ਵਿੱਚ ਕਰ ਲੈਣਗੇ, ਪਰ ਟਕੈਤ ਨੇ ਬੜਾ ਠੋਕ ਵਜਾ ਕੇ ਕਹਿ ਦਿੱਤਾ ਕਿ ਇਸ ਮੂਵਮੈਂਟ ਨੂੰ ਸੰਯੁਕਤ ਜਿਹੜਾ ਕਿਸਾਨ ਮੋਰਚਾ ਹੀ ਚਲਾਊਗਾ। ਅਸੀਂ ਚੱਲਦੀ ਲੜਾਈ ਵਿੱਚ ਘੋੜੇ ਨਹੀਂ ਬਦਲੇ ਜਾਂਦੇ। ਮੈਂ ਉਸ ਗੱਲ ਤੇ ਪਹਿਰਾ ਦਿੰਨਾ ਕਿ ਘੋੜੇ ਨਹੀਂ ਬਦਲੇ ਜਾਣਗੇ। ਮੈਂ ਮੋਹਰੇ ਲੱਗ ਕੇ ਨਹੀਂ ਚੱਲੂਗਾ, ਸੰਯੁਕਤ ਕਿਸਾਨ ਮੋਰਚਾ ਮੋਹਰੇ ਲੱਗ ਕੇ ਚੱਲੂਗਾ। ਇੱਕ ਗੱਲ ਤੇ ਇਹ ਬੜੀ ਸਿਆਣੀ ਗੱਲ ਹੈ। ਇਹ ਤੋਂ ਲੱਗਦਾ ਕਿ ਕਿਸਾਨ ਕਿੰਨੇ ਸਿਆਣੇ ਆ ਔਰ ਫੂਕ ਕੇ ਪੈਰ ਰੱਖਦੇ ਹੈਗੇ। ਦੂਜਾ, ਉਹਨਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਰਾਜਸੀ ਲੋਕ ਆਉਣ, ਕਿਸੇ ਨੂੰ ਕੋਈ ਨਾ ਨਹੀਂ, ਪਰ ਉਹਨਾਂ ਨੂੰ ਕੋਈ ਸਟੇਜ ਨਹੀਂ ਦਿੱਤੀ ਜਾਊਗੀ, ਉਹਨਾਂ ਨੂੰ ਕੋਈ ਮਾਈਕ ਨਹੀਂ ਦਿੱਤਾ ਜਾਊਗਾ। ਇਹ ਜਿਹੜੀ ਪ੍ਰੋਸੈਸ ਪਹਿਲਾਂ ਵੀ ਸੀਗੀ, ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਰਾਜਸੀ ਬੰਦਿਆਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਜਾਂਦੀ ਰਹੀ ਸੀਗੀ। ਠੀਕ ਹੈ ਜੀ, ਇਹਦਾ ਮਤਲਬ ਇਹ ਹੈ ਕਿ ਕਿਸਾਨ ਓਨੇ ਹੀ ਵਧੀਆ ਤਰੀਕੇ ਦੇ ਨਾਲ, ਜਿਵੇਂ ਪਹਿਲਾਂ ਸੀ, ਓਨੇ ਵਧੀਆ ਤਰੀਕੇ ਦੇ ਨਾਲ ਇਸ ਮੂਵਮੈਂਟ ਨੂੰ ਚਲਾਉਣਗੇ। ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਉਹਨੇ ਰਕੇਸ਼ ਟਕੈਤ ਨੇ ਕਹੀ ਆ, ਉਹ ਕਹੀ ਆ, ਕਹਿੰਦਾ ਅਸੀਂ ਕਾਹਲੇ ਨਹੀਂ ਆ, ਸਾਨੂੰ ਪਤਾ ਕਿ ਮੋਰਚਾ ਜਿਹੜਾ ਉਹ ਲੰਬਾ ਯੁੱਧ ਹੈਗਾ ਸਾਡਾ, ਤੇ ਇਹ ਤਾਂ ਸਤੰਬਰ ਅਕਤੂਬਰ ਤੋਂ ਚੱਲਣਾ। ਠੀਕ ਹੈ, ਉਹ ਸਤੰਬਰ ਅਕਤੂਬਰ ਤੇ ਚੱਲਣਾ ਤੇ ਮਤਲਬ ਇਹ ਨਹੀਂ ਕਿ ਉਦੋਂ ਮੁੱਕ ਜਾਣਾ। ਉਹ ਕਹਿੰਦਾ ਉਦੋਂ ਗਾਂ ਦੀ ਡੇਟ ਉਦੋਂ ਦੱਸਾਂਗੇ। ਠੀਕ ਹੈ ਜੀ, ਇਹਦਾ ਮਤਲਬ ਇਹ ਹੈਗਾ ਕਿ ਉਹ ਪੂਰੇ ਇਸ ਮਾਮਲੇ 'ਚ ਪਲੈਨਿੰਗ ਬਣਾ ਕੇ ਬੈਠੇ ਆ। ਇਹ ਇੱਕ ਦੱਸਣਾ, ਸੁਨੇਹਾ ਦੇਣਾ, ਉਹ ਦੋ ਧਿਰਾਂ ਨੂੰ ਸੁਨੇਹਾ ਦਿੱਤਾ ਇਹ ਗੱਲ ਕਹਿ ਕੇ। ਜਿਵੇਂ ਉਹਨਾਂ ਨੇ ਪਾਣੀ ਵਾਲੀ ਗੱਲ ਕਹਿ ਕੇ ਵੀ ਦੋ ਧਿਰਾਂ ਨੂੰ ਸੁਨੇਹਾ ਦਿੱਤਾ ਸੀਗਾ, ਤੇ ਇੱਕ ਤਾਂ ਇਸ਼ਾਰਾ ਕੀਤਾ ਸੀਗਾ ਕਿ ਆ ਜਾਓ, ਤੇ ਆਏ ਲੋਕ। ਇੱਕ ਦੂਜਾ ਇਹ ਸਰਕਾਰ ਨੂੰ ਇਹ ਕਿਹਾ ਗਿਆ ਸੀ ਤੁਸੀਂ ਪਾਣੀ ਸਾਡਾ ਬੰਦ ਕਰ ਦੋਗੇ ਤੇ ਪਾਣੀ ਤਾਂ ਬਹੁਤ ਆ। ਬਿਲਕੁਲ ਠੀਕ ਹੈ ਜੀ। ਹੁਣ ਇਹ ਗੱਲ ਕਹਿ ਕੇ ਵੀ ਉਹਨੇ 2 ਸੁਨੇਹੇ ਦਿੱਤੇ। ਇੱਕ ਸੁਨੇਹਾ ਦਿੱਤਾ ਕਿਸਾਨਾਂ ਨੂੰ ਕਿ ਤੁਸੀਂ ਇਹ ਨਾ ਸੋਚੋ ਕਿ ਬਸ ਜੀ ਹੋਰ ਮਹੀਨਾ ਖੰਡ ਰੁਕ ਜਾਓ, ਉਦਾਂ ਦੇ ਸੁੱਖ ਸਲੀ 26 ਵਾਲਾ ਕੰਮ ਹੋ ਜਾਂਦਾ ਤੇ ਛੇਤੀ ਨਿਪਟ ਜਾਣੀ ਸੀ ਗੱਲ, ਤੇ ਚਲੋ ਹੁਣ ਸ਼ਾਇਦ ਇਹ ਜਿਹੜਾ ਹੈਗਾ ਬਜਟ ਸੈਸ਼ਨ ਚੱਲਦਾ ਪਿਆ ਇਹਦੇ ਵਿੱਚ ਨਿਪਟ ਜੂਗੀ। ਇਦਾਂ ਦੀ ਕੋਈ ਗੱਲ ਨਹੀਂ, ਤੁਹਾਨੂੰ ਅਜੇ 9-10 ਮਹੀਨੇ ਹੋਰ ਰਹਿਣਾ ਪੈ ਸਕਦਾ। ਇੱਕ ਸੁਨੇਹਾ ਤੇ ਇਹ ਦਿੱਤਾ, ਨਾਲ ਦੀ ਨਾਲ ਕਹਿਤਾ ਕਿ ਉਦੋਂ ਅਗਲੀ ਡੇਟ ਫਿਰ ਦੱਸ ਦਿਆਂਗੇ। ਦੂਜਾ, ਸਰਕਾਰ ਨੂੰ ਵੀ ਦੱਸਦਾ ਕਿ ਅਸੀਂ ਭੱਜਣ ਵਾਲੇ ਨਹੀਂ ਹੈਗੇ, ਅਸੀਂ ਇੱਥੇ ਰਵਾਂਗੇ, ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਆ, ਸਾਡੇ ਪਿੱਛੋਂ ਸਾਨੂੰ ਬਹੁਤ ਸਪੋਰਟ ਆ, ਕਿਸਾਨਾਂ ਦੀ, ਆਮ ਲੋਕਾਂ ਦੀ ਬਹੁਤ ਸਪੋਰਟ ਆ। ਇਹ ਇੱਕ ਬੜੀ ਜਿਹੜੇ ਸਿਆਣੇ ਆਗੂ ਦੀ ਜਿਹੜੀ ਆ ਉਹ ਇਹ ਜਿਹੜਾ ਦਿਸ਼ਾ ਨਿਰਦੇਸ਼ ਇੱਕ ਕਿਸਮ ਦੇ ਦੇਣ ਵਾਲੀ ਗੱਲ ਆ। ਸਿਆਣੇ ਆਗੂ ਵੱਲੋਂ ਕਹੀ ਗਈ ਗੱਲ ਆ ਜਿਹਦੇ ਬਹੁਤ ਅਰਥ ਹੈ, ਜ਼ਿਆਦਾ ਅਰਥ ਹੈਗੇ, ਇੱਕ ਨਹੀਂ ਹੈ।
ਉਹਦੇ ਕਈ ਮਾਅਨੇ ਔਰ ਇਹ ਮੈਨੇ ਦੱਸਦੇ ਆ ਕਿ ਇਹ ਅੰਦੋਲਨ ਲੰਮਾ ਚੱਲੂਗਾ, ਕਿਸਾਨ ਜਿੱਤ ਕੇ ਸੱਚੀ ਮੁੱਚੀ ਘਰ ਨੂੰ ਜਾਣ। ਚਲੋ ਅਸੀਂ ਤਾਂ ਉਹਨਾਂ ਦੀ ਚੰਗੀ ਸਿਹਤ ਦੀ ਦੁਆ ਕਰ ਸਕਦੇ ਹਾਂ ਬਿਲਕੁਲ ਕਿ ਲੰਬਾ ਸਮਾਂ ਦੀ ਤੰਦਰੁਸਤੀ ਮਹਾਰਾਜ ਉਹਨਾਂ ਨੂੰ ਬਖਸ਼ੇ। ਆਖਰੀ ਕੁਐਸਚਨ ਆ ਜੀ ਮੇਰਾ ਕਿ ਸਰਕਾਰਾਂ ਵੱਲੋਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੋਈ ਮਤਲਬ ਆਸ ਆਪਾਂ ਰੱਖ ਸਕਦੇ ਹਾਂ ਵੀ ਕੋਈ ਨਵਾਂ ਕੋਈ ਸੁਨੇਹਾ ਉਧਰੋਂ ਆਉਣ ਦੀ? ਨਹੀਂ, ਝਾਕ ਕੋਈ ਹੋਵੇ? ਨਹੀਂ, ਕੋਈ ਝਾਕ ਨਹੀਂ। ਸਰਕਾਰ ਪੂਰੀ ਬੇਈਮਾਨੀ ਤੇ ਆ। ਪਾਰਲੀਮੈਂਟ ਦੇ ਸੈਸ਼ਨ ਵਿੱਚ ਜਿਹੜੇ ਮੁੱਦੇ ਵਿਚਾਰੇ ਜਾਣੇ ਹੁੰਦੇ ਆ ਉਹਦੇ 'ਚ ਇਸ ਵਾਰੀ 30 ਮੁੱਦੇ ਵਿਚਾਰੇ ਜਾਣੇ। 30 ਦੇ ਵਿੱਚ ਉਹ ਵੀ 2 ਮੁੱਦੇ ਹੈਗੇ ਆ ਜਿਹੜੇ ਕਿਸਾਨਾਂ ਨਾਲ ਮੀਟਿੰਗ ਜਦੋਂ ਮੰਤਰੀ ਕਰਦੇ ਸੀਗੇ ਤੇ ਮੰਨਦੇ ਸੀਗੇ ਚਲੋ ਅਸੀਂ ਇਹ ਤਾਂ ਵਾਪਸ ਲੈ ਲੈਂਦੇ ਆ ਜੀ, ਇਹ ਤਾਂ ਜੇ ਕਾਨੂੰਨ ਬਣੇ ਹੀ ਨਹੀਂ, ਇਹ ਤਾਂ ਨੋਟੀਫਿਕੇਸ਼ਨ ਹੋਈ ਹੀ ਨਹੀਂ, ਇਹ ਅਸੀਂ ਪਹਿਲੇ ਵਾਪਸ ਲੈਣੇ, ਇਹ ਮੰਨ ਹੀ ਜਾਂਦੇ ਆ ਹਾਂਜੀ। ਜਿਨ੍ਹਾਂ ਵਿੱਚ ਇੱਕ ਤਾਂ ਸੀਗਾ ਜਿਹੜਾ ਪਰਾਲੀ ਵਾਲਾ ਮੁੱਦਾ, ਦੂਜਾ ਜਿਹੜਾ ਸੀਗਾ ਉਹ ਬਿਜਲੀ ਵਾਲਾ ਮੁੱਦਾ ਸੀ। ਉਹ ਦੋਨੋਂ ਮੁੱਦੇ ਇਸ ਲਿਸਟ ਵਿੱਚ 30 ਵਾਲੀ ਲਿਸਟ ਵਿੱਚ ਹੈਗੇ ਆ। ਠੀਕ ਹੈ, ਇਸ ਦਾ ਮਤਲਬ ਥੋੜੀ ਬੇਈਮਾਨੀ ਸਾਬਤ ਲੱਗਦੀ ਪਈ। ਦੂਜਾ ਜਿਸ ਤਰੀਕੇ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਇਹ ਘੇਰਾਬੰਦੀ ਦੱਸਦੀ ਹੈ ਕਿ ਸਰਕਾਰ ਦਾ ਮੂਡ ਹੋਰ ਹੈ, ਉਹਦਾ ਮੂਡ ਗੱਲਬਾਤ ਵਾਲਾ ਨਹੀਂ ਹੈ, ਉਹਦਾ ਮੂਡ ਇਹ ਕਾਨੂੰਨ ਵਾਪਸ ਲੈਣ ਵਾਲਾ ਨਹੀਂ ਹੈ। ਹਾਂ, ਕੱਲ ਨੂੰ ਪ੍ਰੈਸ਼ਰ ਇਸ ਤਰੀਕੇ ਦਾ ਬਣਦਾ ਤੇ ਕਹਿ ਨਹੀਂ ਸਕਦੇ, ਪਰ ਅਜੇ ਹਾਲ ਦੀ ਘੜੀ ਕਾਨੂੰਨ ਵਾਪਸ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਸਰਕਾਰ ਦੀ ਮੀਟਿੰਗਾਂ ਸੱਦਣ ਵਾਲੀ ਵੀ ਗੱਲ ਮੈਨੂੰ ਅਜੇ ਕੋਈ ਲੱਗਦੀ ਨਹੀਂ। ਕਿੰਨੇ ਦਿਨ ਹੋ ਗਏ ਅਜੇ ਤੱਕ ਸਰਕਾਰ ਜਿਹੜੀ ਆ ਉਹ ਇਸ ਪਾਸੇ ਨੂੰ ਆਈ ਨਹੀਂ। ਹਾਂ, ਜਿਸ ਤਰੀਕੇ ਨਾਲ ਪਾਰਲੀਮੈਂਟ ਵਿੱਚ, ਲੋਕ ਸਭਾ ਵਿੱਚ ਤੇ ਰਾਜ ਸਭਾ ਜਿਹੜੀ ਸੀਗੀ ਕਾਰਵਾਈ ਪੂਰੇ ਦਿਨ ਦੇ ਲਈ ਹਟਾਉਣੀ ਪਈ, ਰੌਲਾ ਰੱਪਾ ਇੰਨਾ ਪਿਆ, ਲੋਕ ਸਭਾ 'ਚ ਵੀ ਪੈ ਰਿਹਾ। ਹਾਂ, ਲੋਕ ਸਭਾ ਤੇ ਰਾਜ ਸਭਾ ਵਿੱਚ ਜਿਸ ਤਰੀਕੇ ਦੀ ਕਿਰਕਰੀ ਸਰਕਾਰ ਦੀ ਹੋ ਰਹੀ ਹੈ, ਸ਼ਾਇਦ ਉਹਨਾਂ ਨੂੰ ਮਜਬੂਰ ਹੋ ਕੇ ਕੋਈ ਨਾ ਕੋਈ ਬਿਆਨ ਦੇਣਾ ਪੈ ਜਾਏ ਕਿ ਹਾਂ ਜੀ ਅਸੀਂ ਫਲਾਣੇ ਦਿਨ ਗੱਲ ਕਰਾਂਗੇ। ਤੇ ਜਦੋਂ ਗੱਲ ਕਰਨਗੇ ਕਿਸਾਨ ਤਾਂ ਪਹਿਲਾਂ ਹੀ ਕਹਿ ਚੁੱਕੇ ਅਸੀਂ ਆਉਣ ਨੂੰ ਤਿਆਰ ਹਾਂ, ਪਰ ਨਾਲ ਸਾਡਾ ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਤਾਂ ਸਾਡਾ ਇੱਕ ਉਹੀ ਹੈ ਏਜੰਡਾ ਕਿ ਤਿੰਨੇ ਕਾਨੂੰਨ ਵਾਪਸ ਲਏ ਜਾਣ ਤੇ MSP ਲਾਗੂ ਕੀਤੀ ਜਾਵੇ। ਇੰਨੀ ਸਖਤੀ ਦੇ ਕੀ ਤੁਸੀਂ ਵੇਖ ਰਹੇ ਹੋ? ਮੈਨੇ ਕੀ ਹੈ ਜਿਹੜੀ ਸਖਤੀ ਆ ਕੀ ਹੈ, ਕੀ ਕਹਿ ਸਕਦੇ ਆ? ਸਖਤੀ ਤਾਂ ਦੇਖੋ, ਮੈਂ ਪਹਿਲੇ ਇਹਦੇ ਬਾਰੇ ਕਹਿ ਚੁੱਕਾ ਕਿ ਜਿਹੜੀ ਸਖਤੀ ਕਰਨ ਦੀ ਸਰਕਾਰ ਸੋਚਦੀ ਆ, ਡਰਾਉਂਦੀ ਤਾਂ ਹੈਗੀ ਆ, ਡਰਾਉਂਦੀਆਂ ਹੁੰਦੀਆਂ ਸਰਕਾਰਾਂ, ਡਰਾਉਂਦੀਆਂ ਹੁੰਦੀਆਂ। ਇਹ ਤਾਂ ਲੋਕਤੰਤਰ ਤੇ ਵੈਸੇ ਧੱਬਾ ਉਂਝ ਸਾਡਾ ਦੇਸ਼ ਇਸ ਮਾਮਲੇ 'ਚ ਅਜੇ ਕਹਿ ਲਓ ਬਚਿਆ ਹੋਇਆ ਕਿ 1947 ਤੋਂ ਬਾਅਦ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਕਿ ਜਿਹੜਾ ਲੋਕਤੰਤਰ ਨੂੰ ਮੰਨਣ ਵਾਲੇ ਲੋਕਾਂ ਦੇ ਹੱਥੋਂ ਸੱਤਾ ਜਿਹੜੀ ਖੋਹ ਕੇ ਕੋਈ ਹੋਰ ਲੈ ਜਾਵੇ। ਮੇਰਾ ਇਸ਼ਾਰਾ ਤੁਸੀਂ ਸਮਝਦੇ ਹੋ, ਜੇ ਉਹਨਾਂ ਦੇ ਹੱਥ ਵਿੱਚ ਆ ਗਈ ਤੇ ਫਿਰ ਲੋਕਤੰਤਰ ਤੇ ਗਿਆ ਤੇ ਲੋਕਾਂ ਤੇ ਤਸ਼ੱਦਦ ਵੀ ਵਧੂਗਾ, ਲੋਕਾਂ ਦੇ ਉੱਤੇ ਜਿਹੜਾ ਜ਼ੁਲਮ ਵੀ ਵਧੂਗਾ। ਅੱਜ ਜੇ ਲੋਕਤੰਤਰ ਦੇ ਨਾਂ ਹੇਠ ਇਹ ਘਾਣ ਕੀਤਾ ਜਾ ਰਿਹਾ ਤੇ ਇਹ ਕਲੰਕ ਤਾਂ ਹੈ ਲੋਕਤੰਤਰ ਤੇ, ਪਰ ਇਹਦੇ ਇਸ ਅੰਦੋਲਨ ਨੇ ਬਹੁਤ ਸਾਰੀਆਂ ਗੱਲਾਂ ਸਾਫ਼ ਕਰਤੀਆਂ ਹੈਗੀਆਂ, ਜਿੱਦਾਂ ਲੋਕਾਂ 'ਚ ਏਕਤਾ ਬਣਾਉਣ ਦੀ ਗੱਲ, ਉਹਨਾਂ 'ਚ ਜੋਸ਼ ਭਰਨ ਦੀ ਗੱਲ, ਉਹਨਾਂ 'ਚ ਆਪਦੇ ਹੱਕਾਂ ਨੂੰ ਸਮਝਣ ਦੀ ਗੱਲ। ਅੱਗੇ ਤਾਂ ਪਤਾ ਨਹੀਂ ਲੱਗਦਾ ਹੁੰਦਾ, ਲੋਕੀ ਨਾਰੇ ਮੁਜ਼ਾਹਰਾ ਹੁੰਦਾ ਪਿਆ ਜੀ, ਆਪ ਵੇਖਦੇ ਉਹ ਨਾਰਾ ਮਾਰੀ ਜਾਂਦੇ, ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ, ਗੱਲ ਕੀ ਹੈ ਪਤਾ ਨਹੀਂ ਸੀ ਹੁੰਦੀ। ਬਿਲਕੁਲ ਠੀਕ ਹੈ ਜੀ। ਅੱਜ ਜਿਹੜੇ ਮਰਜ਼ੀ ਕਿਸਾਨ ਨੂੰ ਪੁੱਛ ਲਓ ਤੁਸੀਂ ਇੱਥੇ ਬੈਠੇ ਕਿਉਂ, ਤੁਸੀਂ ਨਾਰੇ ਕਿਉਂ ਮਾਰਦੇ ਆ, ਤੁਸੀਂ ਆ ਤਖਤੀਆਂ ਕਿਉਂ ਚੱਕੀਆਂ ਹੋਈਆਂ, ਤੁਸੀਂ ਝੰਡੇ ਕਿਉਂ ਚੱਕੇ ਹੋਏ, ਬੱਚੇ ਨੂੰ ਰਟਿਆ ਪਿਆ, ਬੱਚਾ ਵੀ ਦੱਸਣ ਨੂੰ ਤਿਆਰ ਆ। ਮੈਂ ਚੰਡੀਗੜ੍ਹ ਇੱਕ ਕੱਲ ਮੁਜ਼ਾਹਰਾ ਹੋਇਆ ਜੀ, ਉਹ ਮੈਂ ਵੇਖ ਰਿਹਾ ਸੀਗਾ, ਉੱਥੇ ਇੱਕ ਚੈਨਲ ਦੇ ਐਂਕਰ ਜਿਹੜੇ ਸੀ ਉਹਨਾਂ ਨੇ ਪੁੱਛਿਆ, ਇੰਟਰਵਿਊ ਕੀਤੀ ਵੱਖਰੇ ਲੋਕਾਂ ਨਾਲ, ਜਿਹਨੂੰ ਪੁੱਛਣ ਉਹੀ ਆਪਦੀ ਗੱਲ ਨੂੰ ਇੰਨੇ ਸਪਸ਼ਟ ਤਰੀਕੇ ਨਾਲ ਦੱਸੇ ਕਿ ਉਹ ਐਂਕਰ ਵੀ ਹੈਰਾਨ ਸੀ ਵੀ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹਦੀ ਪੂਛ ਨੂੰ ਹੱਥ ਲਾਓ ਉਹੀ ਠੂਆਂ। ਹਾਂ ਬਿਲਕੁਲ ਜੀ, ਸਾਰੇ ਹੀ ਉਹ ਸਮਝਦਾਰ ਲੋਕ ਹੈਗੇ ਆ। ਔਰ ਇਹ ਇੱਕ ਸਮਝ ਜਿਹੜੀ ਬਣੀ ਆ, ਇਹ ਸ਼ਾਇਦ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਈ ਹੈ, ਇਹਨੇ ਰਿਕਾਰਡ ਕੰਮ ਕੀਤੇ ਆ, ਇਹ ਰਿਕਾਰਡ ਹੋਰ ਅਜੇ ਬਣਨੇ ਆ। ਸਮਾਂ ਜਿਹੜਾ ਉਹ ਬੜਾ ਬਲਵਾਨ ਆ, ਲੰਮਾ ਟਾਈਮ ਲੱਗਣਾ, ਛੇਤੀ ਕੁਝ ਨਹੀਂ ਹੋਣਾ। ਨਵੀਆਂ ਅਪਡੇਟਸ ਦੇ ਲਈ ਤੁਹਾਡੇ ਨਾਲ ਫਿਰ ਅਸੀਂ ਰੂਬਰੂ ਹੋਵਾਂਗੇ ਜੀ, ਤਦ ਤੱਕ ਦੇ ਲਈ ਸਾਨੂੰ ਤੁਸੀਂ ਦਿਓ ਆਗਿਆ। ਤੁਹਾਡਾ ਬਹੁਤ ਜੀ ਆਇਆਂ ਨੂੰ ਜੀ, ਤੁਸੀਂ ਸਾਡੇ ਲਈ ਸਮਾਂ ਕੱਢਦੇ ਹੋ। ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਇਹ ਸਨ ਜੀ MP ਸਿੰਘ ਜੀ, ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਰਹਿੰਦੇ ਹਾਂ। ਤੁਸੀਂ ਤੁਹਾਡੀਆਂ ਟਿੱਪਣੀਆਂ ਸਾਨੂੰ ਕਮੈਂਟ ਦੇ ਰੂਪ ਵਿੱਚ ਤੁਸੀਂ ਭੇਜ ਸਕਦੇ ਹੋ, ਤਾਂ ਕਿ ਅਸੀਂ ਆਪਣੇ ਆਪ ਨੂੰ ਵੀ ਅਪਡੇਟ ਰੱਖ ਸਕੀਏ ਤੇ ਤੁਹਾਡੀਆਂ ਟਿੱਪਣੀਆਂ ਦੇ ਜਵਾਬ ਦੇ ਸਕੀਏ। ਤੇ ਤੁਸੀਂ ਦੇਖਦੇ ਰਹੋ ਵੌਇਸ ਆਫ ਇੰਡੀਆ, ਤੁਹਾਡੀ ਆਪਣੀ ਆਵਾਜ਼।